दी कश्मीर फाइल्स जी रिलीज़ हुई है, मैं पता नहीं तुसी देखी या नहीं देखी। कश्मीरी पंडितां ते जिहड़ी है वो आधारित आ भी कश्मीर दे विचों जिहड़े कश्मीरी पंडित आ उन्हां दी पलायन हुई और उन्हां दा जैनोसाइड होया, वो किवें कश्मीर छड्ड के आए उत्थों। सो किते ना किते वो जिहड़ी फिल्म आ विवादां विच घिर गई है, क्योंकि कहते हैं कि ਜਿਹੜੀਆਂ मास मर्डर या किलिंग्स ਜਿਹੜੀਆਂ ਉਹ ਤਾਂ ਮੁਸਲਮਾਨਾਂ ਦੀਆਂ ਹੋਈਆਂ। ਸੋ ਤੁਸੀਂ ਕੱਲਾ ਹਿੰਦੂਆਂ ਦੀਆਂ ਹੀ ਕਿਉਂ ਦਿਖਾ ਸਕਦੇ ਆ। ਸੋ ਆ ਅਗਲੀ ਤਸਵੀਰ ਹੈ ਜੀ, ਇਹ ਸਿਨੇਮਾ ਦੀ ਹੈ ਜੀ। ਫਿਰ ਟਾਈਟਲ ਮੈਂ ਖਬਰ ਦਾ ਦੱਸ ਦਿੰਦਾ ਜੀ, ਦੀ ਕਸ਼ਮੀਰ ਫਾਈਲ ਸਕਫਲਸ ਬ੍ਰੇਕਸ ਆਊਟ ਐਟ ਥੀਏਟਰ ਆਫਟਰ ਵੂਮਨ ਆਸਕ ਟੂ ਰਿਮੂਵ देयर ਸੈਫਰੋਨ ਸਟੋਲਸ। ਸੋ ਉਹਨਾਂ ਦੇ ਕਹਿੰਦੇ ਕਿ ਗਲਾਂ ਦੇ ਵਿੱਚ ਜਿਹੜੇ ਆ ਭਾਗਵੇਂ ਜਿਹੜੇ ਇੱਕ ਸ਼ਾਲ ਜਿਹੜੇ ਆ ਗਲਾਂ ਦੇ ਵਿੱਚ ਮੋਢਿਆਂ ਦੇ ਉੱਤੇ ਜਿਵੇਂ ਕਹਿ ਲਓ ਜਾਂ ਗਲਾਂ ਦੇ ਵਿੱਚ ਪਾਏ ਹੋਏ ਸੀ। ਸੋ ਕਿਤੇ ਨਾ ਕਿਤੇ ਪੁਲਿਸ ਨੂੰ ਜਿਹੜਾ ਅਥਾਰਟੀਜ਼ ਨੂੰ ਲੱਗਿਆ, ਇਹ ਮਹਾਰਾਸ਼ਟਰ ਦੀ ਖਬਰ ਹੈ ਜੀ, ਨਾਸਿਕ ਦੀ। ਸੋ ਪੁਲਿਸ ਨੂੰ ਲੱਗਿਆ ਕਿ ਹੋ ਸਕਦਾ ਕਿ ਇੱਥੇ ਟਰਬਲ ਵੀ ਹੋ ਸਕਦੀ। ਉਹਨਾਂ ਨੇ ਕਿਹਾ ਕਿ ਜਿਹੜੇ ਭਾਗਵੇਂ ਤੁਸੀਂ ਗਲਾਂ ਵਿੱਚ ਪਾਏ ਆ ਇਹ ਲਾਓ। ਕਿਤੇ ਨਾ ਕਿਤੇ ਜਿਹੜੇ ਹਰ ਇੱਕ ਮੁਲਕ ਦੇ ਵਿੱਚ ਨਾ ਹਰ ਵਰਗ ਦੇ ਵਿੱਚ ਗੁਰਪ੍ਰੀਤ ਸਿੰਘ ਇੱਕੋ ਤਰ੍ਹਾਂ ਦੇ ਬੰਦੇ ਨਹੀਂ ਹੁੰਦੇ। ਕਈ ਬੰਦੇ ਜਿਹੜੇ ਆ ਨਿਊਟਰਲ ਵੀ ਹੁੰਦੇ ਆ, ਕਈ ਬੰਦੇ ਜਿਹੜੇ ਆ ਕੋਈ ਪੱਖਪਾਤ ਨਹੀਂ ਕਰਦੇ। ਸੋ ਪੁਲਿਸ ਮੁਲਾਜ਼ਮ ਚੰਗੇ ਸੀ, ਉਹਨਾਂ ਨੇ ਕੋਈ ਪੱਖਪਾਤ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਿੰਬਲਾਈਜ਼ ਕਰਦੇ ਆ RSS ਕੱਟੜਵਾਦੀ ਉਸ ਵਿਚਾਰਧਾਰਾ ਦੇ ਪ੍ਰਤੀਕ ਆ, ਜਿਹਦਾ ਕਰਕੇ ਫਿਲਮ ਅੱਜ ਵਿਵਾਦਾਂ ਵਿੱਚ ਫਸੀ ਹੋਈ ਆ। ਸੋ ਕਹਿੰਦੇ ਕਿ ਇਹਨਾਂ ਨੂੰ ਰਿਮੂਵ ਕਰੋ ਜੀ, ਲੇਕਿਨ ਉਹ ਔਰਤਾਂ ਜਿਹੜੀਆਂ ਉਹਨਾਂ ਨੇ ਡਿਨਾਈ ਕੀਤਾ ਅਤੇ ਉੱਥੇ ਥੋੜ੍ਹਾ ਜਿਹਾ ਆਪਸ ਵਿੱਚ ਜਿਹੜੀ ਆ ਉਹਨਾਂ ਦੀ ਪੁਲਿਸ ਦੀ ਅਤੇ ਉਹਨਾਂ ਦੀ ਬਹਿਸਬਾਜ਼ੀ ਹੋਈ। ਸੋ ਉਸ ਤੋਂ ਬਾਅਦ ਨਾਲ ਹੀ ਇਹਦੇ ਦੂਸਰੀ ਵੀ ਦਿਖਾਓ ਜੀ। ਬਿਲਕੁਲ ਮੈਂ ਕੁਛ ਇਹਦੇ ਵਿੱਚ ਅੱਖਰ ਆ ਜਿਹੜਾ ਅਸਲ ਵਿੱਚ ਖਬਰ ਇਹ ਨਹੀਂ ਜੀ ਕਿ ਉਹਨਾਂ ਨੇ ਗੁਰਪ੍ਰੀਤ ਸਿੰਘ ਫਿਲਮ ਜਿਹੜੀ ਆ ਸਿਨੇਮਾ ਦੇ ਵਿੱਚ ਲੱਗੀ ਬਈ ਉਹਨਾਂ ਨੇ ਜਿਹੜਾ ਉੱਥੇ ਆਪਸ ਵਿੱਚ ਥੋੜ੍ਹਾ ਜਿਹਾ ਉਹਨਾਂ ਦਾ ਤਣਾਅ ਹੋ ਗਿਆ। ਖਬਰ ਅਸਲ ਵਿੱਚ ਇਹਦੇ ਵਿੱਚੋਂ ਮੈਂ ਦਿਖਾਲਣਾ ਕੁਛ ਹੋਰ ਚਾਹੁੰਦਾ। ਸੋ ਟੈਕ ਟੀਮ ਨੂੰ ਬੇਨਤੀ ਆ ਜੀ, ਇੱਦਾਂ ਸਟਰੈਚ ਨਾ ਕਰਿਆ ਕਰੋ ਜ਼ਿਆਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇਹਨੂੰ ਪ੍ਰੀਕੋਸ਼ਨ 'ਚ ਰੱਖੋ। ਕੋਈ ਗੱਲ ਨਹੀਂ ਜੇ ਥੋੜ੍ਹੀ ਬਹੁਤੀ ਇੱਧਰ ਉੱਧਰ ਹੁੰਦੀ ਆ, ਸੋ ਸਟਰੈਚ ਨਾ ਕਰੋ। ਇਹ ਰੀਡੇਬਲ ਇਨਫੋਰਮੇਸ਼ਨ ਹੋਣੀ ਚਾਹੀਦੀ ਆ। ਸੋ ਅਸਲ ਵਿੱਚ ਨਾ ਜਿਹੜਾ ਹਾਈਲਾਈਟਡ ਏਰੀਆ ਆ, ਸੋ ਇੱਕ ਵਾਰ ਦੁਬਾਰਾ ਲਾਉਂਦੇ ਆ ਅਤੇ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਹਾਈਲਾਈਟਡ ਏਰੀਆ ਇਹਦੇ ਵਿੱਚ ਲਿਖਿਆ ਹੋਇਆ ਜੀ, ਜਿਹੜੀ ANI ਹੈ, ਤੁਹਾਨੂੰ ਪਤਾ ਹੋਣਾ ਗੁਰਪ੍ਰੀਤ ਸਿੰਘ ਜੀ, ANI ਇੱਕ ਬੜੀ ਤਕੜੀ ਜਿਹੜੀ ਹੈ ਉਹਨਾਂ ਦੀ ਨਿਊਜ਼ ਏਜੰਸੀ ਆ, ਏਸ਼ੀਆ ਨਿਊਜ਼ ਇੰਟਰਨੈਸ਼ਨਲ। ਸੋ ANI ਦੀ ਖਬਰ ਜਿਹੜੀ ਆ ਕ੍ਰੈਡੀਬਲ ਮੰਨੀ ਜਾਂਦੀ ਆ। ਬੇਸ਼ੱਕ ਮੈਨੂੰ ਪਤਾ ਕਿ ਤੁਸੀਂ ਅੱਜ ਇੱਥੇ ਬੈਠੇ ਹੋ, ANI ਦਾ ਜ਼ਿਕਰ ਆਇਆ ਅਤੇ ਤੁਹਾਡਾ ਵੀ ਇੱਕ ਕੇਸ ਹੈ ANI ਦੇ ਨਾਲ। ਸੋ ਚਲੋ ਉਹ ਇੱਕ ਉਹਨੂੰ ਅੱਜ ਵੱਖਰਾ ਰਹਿਣ ਦਿਓ। ਸੋ ANI ਦੀ ਖਬਰ ਹੈ ਜੀ। ਮੈਂ ਇਹ ਖਬਰ ਅਸਲ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਆਪਾਂ ਡਿਬੇਟ ਥੋੜ੍ਹੀ ਜਿਹੀ ਕਰਨੀ ਹੈ ਇਸ ਚੀਜ਼ ਦੇ ਉੱਤੇ। ਉਹ ਖਬਰ ਮੈਂ ਹੁਣ ਲਿਆਂਦੀ ਆ ਜੀ ਜੀ। ਸੋ ANI ਨੇ ਖਬਰ ਦਿੱਤੀ ਜੀ, ਖਬਰ ਹੈ ਸਿਨੇਮੇ ਦੀ, ਬਈ ਫਿਲਮ ਜਿਹੜੀ ਆ ਉਹ ਰਿਲੀਜ਼ ਹੋਣ ਜਾ ਰਹੀ ਸੀ, ਬੀਬੀਆਂ ਨਾਲ ਸਕਫਲ ਹੋਇਆ ਅਤੇ ਇੱਦਾਂ ਹੋਇਆ। ਲੇਕਿਨ ਵਰਡਿੰਗ ਜਿਹੜੀ ਆ ਖਬਰ ਦੀ ਉਹ ਪੜ੍ਹਨ ਵਾਲੀ ਆ। ਮੈਂ ਕੰਪੈਰੀਜ਼ਨ ਕਰਨਾ ਚਾਹੁੰਦਾ। ANI ਨੇ ਖਬਰ ਦਿੱਤੀ ਜੀ, ਉਹਨਾਂ ਨੇ ਥੱਲੇ ਲਿਖਿਆ ਦੀ ਮੂਵੀ revolves around the genocide of Kashmiri Pandits in 1990 and has been डायरैक्टड बाई विवेक अग्निहोत्री। ठीक है जी। उन्होंने एक लफ्ज़ वरत्या इत्थे, दी मूवी रिवॉल्व्स अराउंड दी जेनोसाइड ऑफ कश्मीरी पंडित, जेनोसाइड ऑफ कश्मीरी पंडित। ठीक है जी। ਇਹਦੇ ਨਾਲ ਹੀ ਹੁਣ ਇੱਕ ਹੋਰ ਖਬਰ ANI ਦੀ ਦਿਖਾਓ ਜੀ। ਸੋ ਇਸ ਤੋਂ ਅਗਲੀ ਖਬਰ ਹੈ ਜੀ। ਸੋ ਉਹ ਵੀ ANI ਦੀ, ਹਾਂ ਉਹ ਵੀ ANI ਦੀ ਹੈ ਜੀ। ਇਹ ਨਿਊਜ਼ ਹੈ ਸਿੱਖਾਂ ਬਾਰੇ, ਉਹ ਨਿਊਜ਼ ਸੀ ਕਸ਼ਮੀਰੀ ਪੰਡਤਾਂ ਬਾਰੇ। ਇਹ ਨਿਊਜ਼ ਹੈ ਜੀ ANI ਦੀ, ਉਹੀ ਨਿਊਜ਼ ਏਜੰਸੀ। ਉਹ ਕਹਿੰਦੀ ਹੈ ਕਿ ਦਿੱਲੀ ਕੋਰਟ ਅਨਾਊਂਸਿਸ ਅਰਜਸ ਅਗੇਂਸਟ ਸੱਜਣ ਕੁਮਾਰ ਇਨ 1984। ਅਸਲ 'ਚ ਨਾ ਜੀ ਜਦੋਂ ਫੋਕਸ ਕੀਤਾ ਮੈਂ ਉਹ ਕੁਛ ਏਰੀਆ ਜਿਹੜਾ ਉਹਦਾ ਕੱਟਿਆ ਗਿਆ। ਸੋ ਇਨ 1984 ਸਿੱਖ ਰਾਈਟਸ ਕੇਸ। ਸੋ ਜਿਹੜਾ ਜਦੋਂ ਤਾਂ ਸਿੱਖਾਂ ਦੀ ਗੱਲ ਆਈ ਆ, ਸਿੱਖਾਂ ਦੀ ਜੈਨੋਸਾਈਡ ਦੀ ਗੱਲ ਆਈ ਆ, ਉਹਨਾਂ ਨੇ ਇੱਕ ਲਫ਼ਜ਼ ਵਰਤਿਆ ANI ਨਿਊਜ਼ ਏਜੰਸੀ ਨੇ। ਉਹਨਾਂ ਨੇ ਸਿੱਖਾਂ ਦਾ ਰਾਈਟਸ ਲਿਖਿਆ, ਦੰਗੇ, ਅਤੇ ਜਦੋਂ ਕਸ਼ਮੀਰੀ ਪੰਡਤਾਂ ਦੀ ਗੱਲ ਆਈ ਆ, ਇਸੇ ਹੀ ਏਜੰਸੀ ਨੇ ਉਹਨੂੰ ਜਿਹੜੀ ਆ ਜੈਨੋਸਾਈਡ ਲਿਖਿਆ। ਸੋ ਆਪਾਂ ਗੱਲ ਕਰਦੇ ਹਾਂ ਮੀਡੀਆ ਦੀ। ਅੱਜ ਪੋਲੀਟਿਕਸ ਪੰਜਾਬ ਦੇ ਉੱਤੇ ਜਿਹੜਾ ਆ ਭਾਰਤ ਵਿੱਚ ਪਾਬੰਦੀਆਂ ਕਿਉਂ ਲੱਗੀਆਂ? ਇਸੇ ਕਰਕੇ ਲੱਗੀਆਂ ਕਿ ਅਸੀਂ ਜਿਹੜਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦੇ ਹਾਂ। ਬੇਸ਼ੱਕ ਉਹ ਨਿਊਜ਼ ਏਜੰਸੀਜ਼ ਕਿੱਥੋਂ ਦੀਆਂ ਹੋਣ, 3600 ਵਾਰ ਇਹਨਾਂ ਨੂੰ ਜਿਹੜਾ ਆ ਤੁਸੀਂ ਮੰਨੀ ਜਾਓ ਕਿ ਜਿਹੜੀਆਂ ਇੰਡੀਪੈਂਡੈਂਟ ਇਹ ਜਿਹੜੇ ਨਿਊਜ਼ ਏਜੰਸੀਜ਼ ਆ, ਇਹਨਾਂ ਦੀ ਨਿਊਜ਼ ਜਿਹੜੀ ਆ ਬੜੀ ਕ੍ਰੈਡੀਬਲ ਹੁੰਦੀ ਆ। ਉਹਨਾਂ ਦੀ ਕ੍ਰੈਡੀਬਿਲਿਟੀ ਇੱਥੋਂ ਪਛਾਣੀ ਜਾਂਦੀ ਆ। ਜਦੋਂ ਤਾਂ ਆਇਆ ਕਸ਼ਮੀਰੀ ਪੰਡਤਾਂ ਦੇ ਗੱਲ, ਨਿਊਜ਼ ਏਜੰਸੀ ਨੇ ਆਪਣੇ ਆਪ ਉਹ ਜੈਨੋਸਾਈਡ ਲਿਖਿਆ। ਇਹਨਾਂ ਨੂੰ ਕਿਸੇ ਨੇ ਕਿਹਾ ਤਾਂ ਨਹੀਂ ਉੱਥੇ ਜੈਨੋਸਾਈਡ ਲਫ਼ਜ਼ ਵਰਤੋ। ਅਤੇ ਜਦੋਂ ਆਈ ਸਿੱਖਾਂ ਦੀ ਗੱਲ, ਉੱਥੇ ਇਹਨਾਂ ਨੇ ਦੰਗੇ ਲਫ਼ਜ਼ ਵਰਤਿਆ। ਕੰਪੈਰੀਜ਼ਨ ਤੁਹਾਡੇ ਸਾਹਮਣੇ ਆ ਜੀ। ਨਾਲੋਂ ਨਾਲ ਇਹਨਾਂ ਨੂੰ ਟੈਕ ਟੀਮ ਨੂੰ ਬੇਨਤੀ ਆ ਜੀ, ਇਹ ਜਿਹੜੀ ਖਬਰ ਹੈ ਇਹਨੂੰ ਰਿਟੇਟ ਕਰੀ ਜਾਓ ਤਾਂ ਕਿ
ਦਰਸ਼ਕ ਜਿਹੜੇ ਉਹਨਾਂ ਨੂੰ ਪਤਾ ਲੱਗੇ। ANI ਨੇ ਸਿੱਖਾਂ ਬਾਰੇ ਕੀ ਵਰਤਿਆ ਤੇ ANI ਨੇ ਉਹ ਫਿਲਮ ਦੇ ਵਿੱਚ ਜਿਹੜਾ ਕਸ਼ਮੀਰੀ ਪੰਡਤ, ਕਿਉਂਕਿ ਸਾਡੇ ਲਈ ਉਹ ਵੀ ਸਤਿਕਾਰਯੋਗ ਆ। ਕਿਲਿੰਗਸ ਗੁਰਪ੍ਰੀਤ ਸਿੰਘ ਕਿਸੇ ਦੀਆਂ ਵੀ ਹੋਣ, ਕਿਸੇ ਵੀ ਇਨੋਸੈਂਟ ਦੀਆਂ ਕਿਉਂ ਹੋਣ, ਉਹ ਬਿਲਕੁਲ ਜਸਟੀਫਾਈ ਨਹੀਂ ਹੈ। ਇਹਨੂੰ ਜਿਹੜਾ ਸਜ਼ਾਵਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ, ਚਾਹੇ ਉਹ ਸਾਡਾ ਕੋਈ ਹਿੰਦੂ ਵੀਰ ਹੋਵੇ ਚਾਹੇ ਮੁਸਲਮਾਨ ਵੀਰ ਹੋਵੇ। ਲੇਕਿਨ ਇਹ ਜਿਹੜੀਆਂ ਨਿਊਜ਼ ਏਜੰਸੀਜ਼ ਆ, ਜਿਹੜੀਆਂ ਸਰਕਾਰਾਂ ਹੁੰਦੀਆਂ ਆ, ਕਿਤੇ ਨਾ ਕਿਤੇ ਲੋਕਾਂ ਦੇ ਇਮੋਸ਼ਨਸ ਦੇ ਨਾਲ ਲੋਕਾਂ ਨੂੰ ਵੰਡਣ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਹੱਥ ਹੁੰਦਾ। ਆ ANI ਦੀ ਖਬਰ ਹੈ, ਤੁਸੀਂ ਕੋਈ ਇਹਦੇ ਤੇ ਕਮੈਂਟ ਕਰਨਾ ਚਾਹੋ? ਇੱਥੇ ਮੈਂ ਥੋੜਾ ਜਿਹਾ ਟਾਈਮ ਲਵਾਂਗਾ ਜੇ ਆਗਿਆ ਹੋਵੇ ਤਾਂ। ਜੀ ਪਹਿਲੀ ਗੱਲ ਤਾਂ ਇਹ ਜਿਹੜੀ ਕਸ਼ਮੀਰੀ ਪੰਡਿਤਸ ਦੀ ਆਪਾਂ ਗੱਲ ਕਰਦੇ ਹਾਂ ਜੀ, ਸਾਡੇ 9ਵੇਂ ਪਾਤਸ਼ਾਹ ਦਾ ਉਹਨਾਂ ਦਾ ਡਾਇਰੈਕਟਲੀ ਲਿੰਕ ਹੈ। ਚਾਂਦਨੀ ਚੌਂਕ ਗੁਰਦੁਆਰਾ ਇੱਕ ਹਿਸਟੋਰੀਕਲ ਥਾਂ ਆ, ਠੀਕ ਹੈ ਨਾ, ਜਿੱਥੇ ਸਾਡੇ 9ਵੇਂ ਪਾਤਸ਼ਾਹ ਨੇ ਕਸ਼ਮੀਰੀ ਪੰਡਤਾਂ ਨੇ ਦੇ ਲਈ ਸੀਸ ਦਿੱਤਾ। ਅਗਲੀ ਗੱਲ, ਜਿਹੜਾ ਕਸ਼ਮੀਰੀ ਪੰਡਤਾਂ ਦਾ ਜੈਨੋਸਾਈਡ ਉਸ ਵੇਲੇ ਹੋਇਆ, ਉਦੋਂ ਬਾਅਦ ਜਦੋਂ ਉਹਨਾਂ ਦਾ ਰਾਜ ਆ ਗਿਆ, ਇਹਦਾ ਮਤਲਬ ਤੁਸੀਂ ਇਹ ਕਹਿੰਦੇ ਕਿ ਇੰਡੀਆ ਦੀ ਹਕੂਮਤ ਜਿਹੜੀ ਸੀਗੀ ਉਹ ਰਾਜ ਦੇ ਵਿੱਚ ਆਪਣੇ ਕਸ਼ਮੀਰੀ ਪੰਡਤਾਂ ਨੂੰ ਪ੍ਰੋਟੈਕਸ਼ਨ ਨਹੀਂ ਦੇ ਸਕੀ। ਇੱਕ ਪਹਿਲੋਂ ਇਹ ਕੁਐਸਚਨ ਮਾਰਕ ਲੱਗਦਾ। ਇੱਥੇ ਇਹ ਵੀ ਗੱਲ ਮੈਂ ਕਹਿੰਦਾ ਕਿ ਬਲਰਾਮ ਜਾਖੜ ਦੀ ਸਪੀਚ ਆ ਇੱਕ, ਉਹ ਕਹਿੰਦਾ ਜੇ ਇੰਡੀਆ ਦੀ ਸੁਤੰਤਰਤਾ ਨੂੰ ਰੱਖਣ ਵਾਸਤੇ ਸਾਨੂੰ ਕੁਝ ਮਿਲੀਅਨ ਸਿੱਖ ਕਤਲ ਵੀ ਕਰਨੇ ਪੈਣ, ਇਹ ਪਾਰਲੀਮੈਂਟ ਦੇ ਵਿੱਚ ਆ ਉਹਦੀ ਸਪੀਚ, ਅਸੀਂ ਕਰਾਂਗੇ। ਤੁਹਾਨੂੰ ਕੀ ਲੱਗਦਾ ਕਿ ਏਜੰਸੀਆਂ ਆਪਣੇ ਕਸ਼ਮੀਰੀ ਪੰਡਤ ਉਹ ਨਹੀਂ ਕਰ ਸਕਦੇ? ਉਹਨਾਂ ਨੇ ਸਿੱਖਾਂ ਦਾ ਕਤਲੇਆਮ ਵੀ ਕੀਤਾ ਏਜੰਸੀਆਂ ਨੇ, ਮੈਂ ਇਹ ਗੱਲ ਕਲੀਅਰ ਕਰ ਦਵਾਂ। ਦੂਜੀ ਗੱਲ, ਸਿੱਖਾਂ ਦਾ ਜਿਹੜਾ ਜੈਨੋਸਾਈਡ ਆ ਉਹ ਪੂਰੇ ਇੰਡੀਆ 'ਚ ਹੋਇਆ। ਕਸ਼ਮੀਰੀਆਂ ਦਾ ਜਿਹੜਾ ਆ, ਅਸੀਂ ਤਾਂ ਵੀ ਚਲੋ ਉਹਨਾਂ ਨੂੰ ਕ੍ਰੈਡਿਟ ਦਿੰਦੇ ਆ, ਅਸੀਂ ਦੋਗਲੀ ਨੀਤੀ ਨਹੀਂ ਅਪਣਾਉਂਦੇ। ਅਸੀਂ ਕਹਿੰਦੇ ਜੀ ਕਸ਼ਮੀਰੀਆਂ ਦਾ ਪੰਡਤਾਂ ਦਾ ਜੈਨੋਸਾਈਡ ਹੋਇਆ, ਇਨੋਸੈਂਟ ਮਰੇ ਆ। ਅਸੀਂ ਕਹਿੰਦੇ ਉਹਨਾਂ ਦੀ ਪ੍ਰਪੋਰਸ਼ਨੇਟ ਬਹੁਤ ਘੱਟ ਆ। 87 ਜਿਹੜੀ ਵਾਈਟ ਪੇਪਰ ਇੰਡੀਆ ਦਾ ਕਹਿੰਦਾ, ਤੇ ਹਜ਼ਾਰਾਂ ਮੁਸਲਮਾਨ ਮਰੇ ਆ, ਤੇ ਸਿੱਖਾਂ ਦੀ ਕਸ਼ਮੀਰੀ। ਇੱਥੇ ਇੱਕ ਸਵਾਲ ਆ ਹੋਰ, ਕਹਿੰਦੇ ਕਿ ਜੈਨੋਸਾਈਡ ਹੋਇਆ, ਠੀਕ ਹੈ, ਅਸੀਂ ਉਹਨਾਂ ਨਾਲ ਹਮਦਰਦੀ ਜਿਹੜੀ ਆ ਉਹ ਰੱਖਦੇ ਆ, ਕਿਸੇ ਦੀ ਵੀ ਕਿਲਿੰਗ ਨਹੀਂ ਹੋਣੀ ਚਾਹੀਦੀ, ਠੀਕ ਹੈ, ਚਾਹੇ ਉਹ ਸਿੱਖਾਂ ਦੀ ਹੋਵੇ ਚਾਹੇ ਹਿੰਦੂਆਂ ਦੀ ਹੋਵੇ, ਚਾਹੇ ਮੁਸਲਮਾਨ। ਲੇਕਿਨ ਗੱਲ ਇੱਥੇ ਇਹ ਹੈ ਕਿ ਉਹਨਾਂ ਦੀਆਂ ਨਿਊਜ਼ ਏਜੰਸੀਜ਼ ਨੇ 2 ਮਿੰਟ ਨਹੀਂ ਲਾਏ, ਉਹਨੂੰ ਜੈਨੋਸਾਈਡ ਲਿਖਣ ਲੱਗਿਆ ਨਹੀਂ, ਸਿਰਫ ਇੱਕ ਫਿਲਮ ਦੇ ਆਧਾਰ ਦੇ ਉੱਤੇ ਨਿਊਜ਼ ਏਜੰਸੀ ਨੇ ਵੀ ਲਿਖ ਦਿੱਤਾ, ਏਡੀ ਵੱਡੀ ਨੇ। ਮੈਂ ਤੁਹਾਡੀ ਗੱਲ ਸਮਝ ਗਿਆ। ਅੱਜ ਤਾਈਂ 36-37 ਵਰੇ ਹੋ ਗਏ, ਉਹਨਾਂ ਦੇ ਮੂੰਹ ਦੇ ਵਿੱਚੋਂ 30,000 ਸਿੱਖ ਮਾਰਿਆ ਗਿਆ, 30,000 ਸਿੱਖ ਮਾਰਿਆ ਗਿਆ। ਇੰਨੇ ਤਾਂ ਉੱਥੇ ਹਿੰਦੂ ਵੀ ਨਹੀਂ ਮਾਰੇ ਗਏ। ਸੋ 30,000 3 ਦਿਨਾਂ ਦੇ ਵਿੱਚ ਮਾਰਿਆ ਗਿਆ। ਉਹ ਤਾਂ ਕਈ ਸਾਲਾਂ ਦੀ ਹਿਸਟਰੀ ਦੀ ਗੱਲ ਕਰੀ ਜਾਂਦੇ ਆ। ਸੋ 3 ਦਿਨਾਂ ਦੇ ਵਿੱਚ ਇੰਨੀ ਮਾਸ ਕਿਲਿੰਗ ਹੋ ਗਈ, ਲੇਕਿਨ ਉਹਨੂੰ ਅੱਜ ਵੀ ਰਾਈਟਸ ਸੱਦੀ ਜਾਂਦੇ ਆ। ਔਰ ਵੱਡੀ ਗੱਲ ਇਹਦੇ ਵਿੱਚ ਜਿਹੜੀ ਹੈ ਉਹ ਇੱਥੇ ਹੈ, ਸਿੱਖਾਂ ਦੇ ਵਿੱਚ ਵੀ 2 ਵਿਚਾਰਧਾਰਾਵਾਂ ਇਹਦੇ ਉੱਤੇ, ਜਿਹੜੀ ਤਰਾਸਦੀ ਹੈ। ਉਹ ਕਹਿੰਦੇ ਕਿ ਇਹ ਜੀ ਪ੍ਰੋਗਰਾਮ ਆ, ਅੱਧੇ ਕਹਿੰਦੇ ਆ ਕਿ, ਅੱਧੇ ਨਹੀਂ ਕਹਿੰਦੇ, ਮੈਨੂੰ ਪਤਾ ਨਹੀਂ ਕੁਝ ਖਾਸ ਹਿੱਸਾ, ਉਹ ਕਹਿੰਦੇ ਜੀ ਇਹ ਪ੍ਰੋਗਰਾਮ ਹੈ, ਇਹਨੂੰ ਜੈਨੋਸਾਈਡ ਨਾ ਕਹੋ। ਓਏ ਉਹਨਾਂ ਦੇ ਨਿਊਜ਼ ਏਜੰਸੀ ਉਹਨੂੰ ਜੈਨੋਸਾਈਡ ਲਿਖੀ ਜਾਂਦੀਆਂ ਤੇ ਤੁਸੀਂ ਆਪਸ ਵਿੱਚ ਲੜੀ ਜਾਂਦੇ ਹੋ। ਦੇਖੋ ਮੈਂ ਗੈਸਟ ਆ, ਮੈਂ ਗੱਲ ਕਰੜੇ ਸ਼ਬਦ ਯੂਜ਼ ਕਰਦਾ। ਉਹ ਸਿੱਖ ਭੌਂਕਣਾ ਬੰਦ ਕਰਨ ਜਿਹੜੇ। ਨਹੀਂ, ਮੈਂ ਬਿਲਕੁਲ ਇਹ ਮੈਨੂੰ ਇਤਰਾਜ਼ ਆ, ਤੁਸੀਂ ਇਹ ਨਹੀਂ ਇਹ ਭਾਸ਼ਾ ਨਹੀਂ ਵਰਤ ਸਕਦੇ। ਨਹੀਂ, ਇਹ ਬਿਲਕੁਲ ਗੁਰਪ੍ਰੀਤ ਸਿੰਘ ਇਹ ਗਲਤ ਆ, ਤੁਸੀਂ ਇਹ ਭਾਸ਼ਾ ਬਿਲਕੁਲ ਨਹੀਂ ਕਿਸੇ ਦੀ ਵਰਤ ਸਕਦੇ। ਮੈਂ ਉਹਨਾਂ ਨੂੰ ਐਂਟੀ ਪੰਥਕ ਕਹਿੰਦਾ, ਮੈਂ ਦੱਸਦਾ ਕਿਉਂ। ਤੁਸੀਂ ਐਂਟੀ ਪੰਥਕ ਕਹਿ ਸਕਦੇ ਹੋ, ਸੱਭਿਅਕ ਭਾਸ਼ਾ ਵਰਤ ਸਕਦੇ ਹੋ, ਬਿਲਕੁਲ ਇਹ ਭਾਸ਼ਾ ਜਿਹੜੀ ਅਸੀਂ ਟੋਲਰੇਟ ਨਹੀਂ ਕਰਾਂਗੇ। ਨਹੀਂ, ਜਦੋਂ ਪੱਗ ਬੰਨੀ ਹੋਵੇ, ਜੇ ਤਾਂ ਤੁਸੀਂ ਪ੍ਰੋਮਿਸ ਕਰਦੇ ਹੋ ਅੱਗੇ ਭਾਸ਼ਾ ਨਹੀਂ ਵਰਤੋਗੇ, ਮੈਂ ਪ੍ਰੋਗਰਾਮ ਕੈਰੀ ਔਨ ਕਰਨਾ ਤੁਹਾਡੇ ਨਾਲ। ਓਕੇ, ਗੱਲ ਸੁਣੋ ਪਹਿਲਾਂ ਮੈਨੂੰ ਕੰਪਲੀਟ ਕਰ ਲੈਂਦੇ ਹੋ, ਫਿਰ ਤੁਸੀਂ ਮੇਰੇ ਨਾਲ ਜਸਟੀਫਾਈ ਹੋ ਜਾਣਾ। ਤੁਸੀਂ ਤਾਂ ਬੜੀ ਸੌਖੀ ਗੱਲ ਕਰਤੀ ਕਿ ਸਾਡੇ 'ਚ 2 ਹਿੱਸੇ ਨੇ। ਸਿੱਖ ਨੈਸ਼ਨਲ ਟੀਵੀ ਤੇ ਬੈਠਾ ਹੋਵੇ, ਉਹਨੂੰ ਸਾਰੀ ਗੱਲ ਦਾ ਪਤਾ ਹੋਵੇ, ਉਹ ਕਵੇ ਕਿ ਰਾਈਟਸ ਨੇ। ਸਿੱਖ ਨੈਸ਼ਨਲ ਟੀਵੀ ਤੇ ਬੈਠਾ ਹੋਵੇ, ਉਹ ਕਵੇ ਕਿ ਅਸੀਂ ਹਿੰਦੂਆਂ ਦਾ ਹਿੱਸਾ ਆ। ਤੁਸੀਂ ਦੱਸੋ ਮੈਂ ਕਿਹੜੀ ਭਾਸ਼ਾ ਯੂਜ਼ ਕਰਾਂ? ਤੁਸੀਂ ਦੱਸ ਦਿਓ, ਸਕਾਲਰਾਂ ਨੂੰ ਪੁੱਛੋ ਕਿ ਇਹ ਮੈਂ ਤਾਂ ਵਰਡਿੰਗ ਯੂਜ਼ ਕੀਤੀ ਆ ਨਾ। ਕੋਲਰ ਪੜ੍ਹਨ, ਮੈਨੇ 1 ਮਿੰਟ ਲਈ ਕੋਲਰ ਦੱਸਣ ਕਿ ਗੁਰਪ੍ਰੀਤ ਸਿੰਘ ਤੂੰ ਆ ਕਰੜੇ ਵਰਡ ਯੂਜ਼ ਕੀਤੇ ਆ, ਉਹ ਤਾਂ ਮੈਨੂੰ ਆਲਟਰਨੇਟਿਵ ਦੱਸਣ ਕਿ ਮੈਂ ਤੁਹਾਡੇ ਜਜ਼ਬਾਤ ਸਮਝਦਾ, ਲੇਕਿਨ ਆਪਣੀ ਕੋਈ ਜ਼ਿੰਮੇਵਾਰੀ ਬਣਦੀ ਹੈ ਨਾ।
ਨੋ ਜ਼ਿੰਮੇਵਾਰੀ ਨਹੀਂ, ਉਹਨਾਂ ਦੇ ਟੀਵੀਆਂ ਦੇ ਉੱਤੇ ਤੁਹਾਨੂੰ ਟੈਰਰਿਸਟ ਕਿਹਾ ਜਾਂਦਾ। ਇਹ ਸੱਭਿਅਕ ਭਾਸ਼ਾ ਆ? ਅਸੀਂ ਤਾਂ, ਮੈਂ ਤਾਂ ਮੰਨ ਗਿਆ ਕਿ ਕਸ਼ਮੀਰੀ ਪੰਡਤਾਂ ਦਾ ਜੈਨੋਸਾਈਡ ਹੋਇਆ, ਹਨਾ। ਮੇਰਾ ਹੁਣ ਗੁੱਸਾ ਅਗਲਾ ਕੀ ਆ, ਹੁਣ ਗੱਲ ਮੈਂ ਇਹਨੂੰ ਨਿਚੋੜ ਵੀ ਕੱਢਣਾ ਆਪਾਂ। ਪੂਰੇ ਇੰਡੀਆ 'ਚ ਸਿੱਖਾਂ ਦਾ ਜੈਨੋਸਾਈਡ ਹੋਇਆ, ਆ ANI ਦੀ ਨਿਊਜ਼ ਆ, ਉਹ ਮੰਨਣ ਨੂੰ ਤਿਆਰ ਨਹੀਂ। ਤੁਸੀਂ ਮੈਨੂੰ ਇੱਕ ਪੰਡਿਤ ਦੱਸ ਦਿਓ, ਪੰਡਿਤ ਬਾਹਮਣ, ਜਿਹੜਾ ਕਹਿੰਦਾ ਕਸ਼ਮੀਰ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਜੈਨੋਸਾਈਡ ਨਹੀਂ ਹੋਇਆ, ਤੇ ਮੈਂ ਆਰਗੂਮੈਂਟ ਨਹੀਂ ਕਰੂੰਗਾ। ਦੂਜੀ ਗੱਲ, ਮੁਸਲਮਾਨਾਂ ਦਾ ਜੈਨੋਸਾਈਡ ਹੋਇਆ ਉਹ ਨਹੀਂ ਮੰਨਦੇ, ਸਿੱਖਾਂ ਦਾ ਹੋਇਆ ਉਹ ਨਹੀਂ ਮੰਨਦੇ। ਮੈਂ ਤੁਹਾਨੂੰ ਹੋਰ ਦੱਸਦਾ, ਦਲਿਤਾਂ ਦੀਆਂ ਬਸਤੀਆਂ ਜਗਾਤੀਆਂ ਉਸ ਹਾਈ ਕਾਸਟ ਸਿਸਟਮ ਦੇ ਉੱਤੇ, ਉਹਨਾਂ ਦਾ ਜੈਨੋਸਾਈਡ ਨਹੀਂ ਮੰਨਦੇ। ਜਿਹੜੇ ਆਪਣੇ ਆਪ ਨੂੰ ਹਿੰਦੂ ਕਹਿੰਦੇ ਆ, ਹਾਲਾਂਕਿ ਹਿੰਦੂ ਹੈ ਨਹੀਂ, ਉਹਨਾਂ ਦੀਆਂ ਬਸਤੀਆਂ ਉਹਨਾਂ ਨੇ ਉਹਨਾਂ ਦੀਆਂ ਆਜ਼ਾਦ ਕਰਕੇ ਜਾਣੀਆਂ। ਇੱਕ ਥਾਂ ਤੇ ਕੇਸ ਹੋਇਆ, ਪਾਣੀ ਖੂਹਾਂ ਤੋਂ ਨਹੀਂ ਭਰਨ ਦਿੰਦੇ, ਘੋੜੇ ਦੇ ਉੱਤੇ ਬੈਠਾ ਤੇ ਸਾਰਾ ਟੱਬਰ ਕੁੱਟ ਕੇ ਮਾਰ ਦਿੱਤਾ, ਰਿਪੋਰਟਾਂ ਆ ਨਾ। ਜੈਨੋਸਾਈਡ ਕਹਿੰਦੇ ਕਿਹਨੂੰ, ਉਹਦੀ ਡੈਫੀਨੇਸ਼ਨ ਕੀ ਆ? ਇੰਡੀਆ ਦੇ ਕਾਨੂੰਨ ਦੇ ਵਿੱਚ ਜੇ ਅਸੀਂ ਮੰਨਦੇ ਹਾਂ ਕਿ ਜੈਨੋਸਾਈਡ ਹੋਇਆ, ਇੰਡੀਆ ਦੇ ਕਾਨੂੰਨ ਦੇ ਵਿੱਚ ਜੈਨੋਸਾਈਡ ਦੀ ਸਜ਼ਾ ਹੀ ਹੈ ਨਹੀਂ। ਕੋਈ ਇੱਥੇ ਵਕੀਲ ਆ ਤੇ ਮੈਨੂੰ ਫੋਨ ਕਰਕੇ ਦੱਸ ਦੇਵੇ, ਉਹਨਾਂ ਦੀ ਡਿਕਸ਼ਨਰੀ ਦੇ ਵਿੱਚ ਜੈਨੋਸਾਈਡ ਦੀ ਸਜ਼ਾ ਹੀ ਹੈ ਨਹੀਂ ਗੀ ਉਹਨਾਂ ਦੇ ਕਾਨੂੰਨ ਦੇ ਵਿੱਚ। ਦੱਸੋ ਤੁਸੀਂ ਕਿਹੜੀ ਭਾਸ਼ਾ ਯੂਜ਼ ਕਰੀਏ? ਜਿਹੜੀ ਮੈਂ ਗੱਲ ਕੀਤੀ ਹੈ ਤੁਸੀਂ ਕਾਲ ਦੀ, ਮੈਂ ਇਹ ਅੱਜ ਕਚਹਿਰੀ 'ਚ ਰੱਖਦਾ ਕਿ ਸਿੱਖ ਕਾਲ ਕਰਨ ਕਿ ਗੁਰਪ੍ਰੀਤ ਸਿੰਘ ਨੇ ਆ ਵਰਡ ਯੂਜ਼ ਕੀਤਾ, ਮੈਨੂੰ ਡਿਬੇਟ ਦੇ ਵਿੱਚ ਪ੍ਰੂਵ ਕਰ ਦੇਣ ਕਿ ਇਦੋਂ ਥੱਲੇ ਜਾਂ ਇਦੋਂ ਉੱਤੇ ਕਿਹੜਾ ਵਰਡ ਆ ਜਿਹੜਾ ਸਾਨੂੰ ਯੂਜ਼ ਕਰਨਾ ਚਾਹੁੰਦਾ, ਮੈਂ ਮਾਫੀ ਮੰਗ ਲਵਾਂ। ਪਰ ਮੈਂ ਨਹੀਂ ਮਾਫੀ ਮੰਗਦਾ। ਜੋ ਮੈਂ ਕਿਹਾ, ਜਿਹੜੇ ਬੰਦੇ ਸਾਡੀ ਕੌਮ ਦੇ ਨਾਲ ਗੱਦਾਰੀ ਕਰਦੇ ਆ, ਕੁੱਤਾ ਮੈਂ ਤਾਂ ਵਰਡ ਯੂਜ਼ ਕੀਤਾ, ਕੁੱਤਾ ਵਫਾਦਾਰ ਹੁੰਦਾ, ਇੱਕ ਗਲੀ ਦਾ ਹੁੰਦਾ, ਇੱਕ ਮਾਲਕ ਦਾ ਹੁੰਦਾ। ਅਸੀਂ ਵੀ ਗੁਰੂ ਘਰ ਦੇ ਕੁੱਤੇ ਆ, ਇਹ ਕੋਈ ਬੈਡ ਵਰਡ ਨਹੀਂਗਾ। ਜੋ ਗੋਰਿਆਂ ਦੀ ਡਿਕਸ਼ਨਰੀ ਦੇ ਵਿੱਚ ਭੌਂਕਣ ਨੂੰ ਮਾੜਾ ਵਰਡ ਨਹੀਂ ਗਿਣਿਆ ਜਾਂਦਾ। ਕੁੱਤੇ ਦੇ ਵੀ ਸਿਵਲ ਰਾਈਟਸ ਨੇ, ਇਹਨਾਂ ਦੀ ਡਿਕਸ਼ਨਰੀ ਬੰਦੇ ਦੇ ਸਿਵਲ ਰਾਈਟਸ ਹੈ ਨਹੀਂਗੇ ਕਿੱਥੇ? ਮੈਂ ਤਾਂ ਇੰਟਰਨੈਸ਼ਨਲ ਲਾਅ ਦੇ ਵਿੱਚ ਕੁੱਤਾ ਕਿਹਾ, ਇੰਡੀਅਨ ਦੇ ਵਿੱਚ ਨਹੀਂ ਕਿਹਾ, ਨਾ ਭਾਵਕ ਕਿਹਾ। ਇਹਨਾਂ ਦੀ ਪਾਰਲੀਮੈਂਟ ਦੇ ਵਿੱਚ ਵਰਡ ਯੂਜ਼ ਹੁੰਦਾ, ਵੀ ਹੈਵ ਅ ਡੌਗ ਟੂ ਬਾਰਕ, ਜੇ ਤੁਸੀਂ ਵਕੀਲ ਰੱਖਿਆ ਹੋਵੇ। ਇਹਨਾਂ ਦੇ ਸਲੈਂਗ ਨੇ। ਇਹ ਗੱਲ ਤੁਸੀਂ ਪੰਜਾਬੀ ਭਾਸ਼ਾ ਦੀ, ਮੈਂ ਇੰਟਰਨੈਸ਼ਨਲ ਇੰਡੀਆ ਨੂੰ ਛੱਡੋ ਤੁਸੀਂ। ਨਹੀਂ ਦੇਖੋ, ਇਹ ਪੰਜਾਬੀ ਮੀਡੀਆ, ਲੇਕਿਨ ਆਪਾਂ ਭਾਸ਼ਾ ਜਿਹੜੀ ਆਪਣੀ ਸੱਭਿਅਕ ਰੱਖੀ ਹੈ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਵਿਚਾਰ ਰੱਖ ਸਕਦੇ ਹੋ। ਤੁਸੀਂ ਮੈਨੂੰ ਦੱਸੋ ਇਸ ਮੁੱਦੇ ਤੇ ਢੁਕਮਾ ਵਰਡ ਕਿਹੜਾ ਆ? ਕੌਮ ਦੱਸੇ। ਨਹੀਂ, ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੇ ਲੋਕ ਇਦਾਂ ਕਹਿੰਦੇ ਆ, ਉਹ ਜੇ ਤੁਸੀਂ ਉਦਾਂ ਦਾ ਸ਼ਬਦ ਵਰਤਣਾ ਹੈ, ਜੇ ਮੈਂ ਤਾਂ ਇਹਨੂੰ ਲੈਣਾ ਵੀ ਨਹੀਂ ਚਾਹੁੰਦਾ, ਸ਼ਬਦ ਨੂੰ ਬੋਲਣਾ ਵੀ ਨਹੀਂ ਚਾਹੁੰਦਾ, ਲੇਕਿਨ ਠੀਕ ਹੈ। ਲੇਕਿਨ ਫੇਰ ਵੀ ਜਿਹੜੀ ਆਪਣੀ ਭਾਸ਼ਾ ਸ਼ਬਦ ਜੇ ਵਰਤਣੇ ਹੋਣੇ ਬਹੁਤ ਨੇ। ਸਾਰੀ ਕੌਮ, ਚਲੋ ਖੈਰ, ਆਪਣਾ ਸ਼ਬਦਾਂ ਦੀ ਗੱਲ ਨਹੀਂ ਹੈ, ਗੱਲ ਇਹ ਹੈ ਕਿ ਆਪਾਂ ਖਬਰ ਤੋਂ ਜਿਹੜਾ ਮੇਨ ਆਈਡੀਆ ਆਪਾਂ ਉਹਦੇ ਤੋਂ ਭਟਕ ਰਹੇ ਹਾਂ। ਨਹੀਂ ਪੜੇ, ਇਹ ਤੁਸੀਂ ਕੁਐਸਚਨ ਰੇਜ਼ ਕੀਤਾ ਨਾ, ਮੈਂ ਉਹਦਾ ਡਿਫੈਂਡ ਕੀਤਾ। ਦੂਜੀ ਗੱਲ, ਸਾਰੀ ਕੌਮ ਨੇ ਇੰਨਾ ਐਫਰਟ ਪਾ ਕੇ ਪਟੀਸ਼ਨ ਸਾਈਨ ਕਰਕੇ ਯੂਨਾਈਟਿਡ ਨੇਸ਼ਨ ਦੇ ਵਿੱਚ ਇਸੇ ਵਰਡ ਨੂੰ ਚੇਂਜ ਕਰਨ ਲਈ ਅਸੀਂ ਮਿਲੀਅਨ ਪਾਉਂਡ ਲਾਤਾ, ਤੇ ਇੱਕ ਬੰਦਾ ਉੱਠ ਕੇ ਤੁਹਾਡੀ ਕੈਂਪੇਨ ਨੂੰ ਟਾਰਨਿਸ਼ ਕਰੇ, ਪੱਗ ਬੰਨੀ ਹੋਵੇ, ਦਾੜੀ ਰੱਖੀ ਹੋਵੇ, ਗੱਦਾਰੀ ਕਰੇ, ਇਹ ਤਾਂ ਗੱਦਾਰ ਮੈਂ ਕਹਿ ਦਿੰਦਾ, ਜਾਂ ਫਿਰ ਉਹ ਕਹਿ ਦਿੰਦਾ। ਹੁਣ ਤੁਸੀਂ ਦੱਸੋ ਕਿ ਖਤਰਨਾਕ ਵਰਡ ਕਿਹੜਾ ਆ? ਜੀ ਚਲੋ, ਮੈਂ ਇਹ ਗੱਲ ਜ਼ਰੂਰ ਇੱਥੇ ਦੱਸਣੀ ਚਾਹਾਂਗੇ, ਜਿਹੜੀ ਸਿੱਖਾਂ ਦੀ ਉੱਥੇ ਹੋਈ ਹੈ ਦਿੱਲੀ ਦੇ ਵਿੱਚ ਜੈਨੋਸਾਈਡ, ਉਹਨੂੰ ਕੈਨੇਡਾ ਦੀ ਜਿਹੜੀ ਅੰਟਾਰੀਓ ਸਟੇਟ ਆ, ਉਹ ਵੀ ਜੈਨੋਸਾਈਡ ਰੈਕੋਗਨਾਈਜ਼ ਕਰ ਚੁੱਕੀ ਹੈ। ਸੋ ਮੇਰਾ ਖਿਆਲ ਜਿਹੜੀ ਇੱਕ ਨਿਊਯਾਰਕ ਦੇ ਵਿੱਚ ਜਿਹੜੀ ਇੱਕ ਅਸੈਂਬਲੀ ਆ, ਮੇਰਾ ਖਿਆਲ ਨਿਊ ਜਰਸੀ ਦੀ ਜਿਹੜੀ ਕੌਂਸਲ ਹੈ, ਸ਼ਾਇਦ ਲੋਕਲ ਅਥਾਰਟੀ ਆ, ਕਈ ਸ਼ਹਿਰ ਜਿਹੜੇ ਆ ਉਹ ਵੀ ਰੈਕੋਗਨਾਈਜ਼ ਕਰ ਚੁੱਕੇ ਆ। ਸੋ ਆਪਣੇ ਨਾਲ ਕੋਲਰ ਵੀ ਨੇ ਇੱਕ, ਗੁਰਪ੍ਰੀਤ ਸਿੰਘ, ਕੋਲ ਡ੍ਰੌਪ ਹੋ ਗਈ ਜੀ, ਖੈਰ ਐਨੀਵੇ। ਸੋ ਲੇਕਿਨ ਗੱਲ ਇਹ ਆ ਕਿ ਸਾਡੇ ਆਪਸ ਵਿੱਚ ਇਸ ਗੱਲ ਦਾ ਇਤਫਾਕ ਜਿਹੜਾ ਨਹੀਂ ਗਾ, ਲੇਕਿਨ ਬਾਹਰ ਜਿਹੜੇ ਆ ਉਹਨਾਂ ਦਾ ਮੀਡੀਆ, ਉਹਨਾਂ ਦੀਆਂ ਏਜੰਸੀਜ਼ ਜਿਹੜੀਆਂ ਆ, ਉਹ ਆਪਣੇ ਆਪ ਹੀ ਲਿਖ ਰਹੀਆਂ, ਲੇਕਿਨ ਹਜੇ ਅਸੀਂ ਇਹਦੇ ਵਿੱਚ ਹੀ ਫਸੇ ਆ। ਇਹ ਪ੍ਰੋਗਰਾਮ ਹੈ ਕਿ ਜੈਨੋਸਾਈਡ। ਆਪਾਂ ਕਲੀਅਰ ਆ। ਮੈਂ ਇੱਕ ਬੇਨਤੀ ਕਰ ਦਵਾਂ, ਕੌਮ ਦਾ ਪੋਲੀਟੀਕਲ ਰਾਈਟ ਆ, ਉਹ ਰੈਫਰੈਂਡਮ 'ਚ ਵੋਟ ਪਾਵੇ ਜਾਂ ਨਾ ਪਾਵੇ, ਹਾਂ 'ਚ ਪਾਵੇ ਜਾਂ ਨਾ 'ਚ ਪਾਵੇ। ਇੱਕ ਗੱਲ ਕਲੀਅਰ ਕਰ ਦਵਾਂ, ਜਿਹੜਾ ਸਿੱਖ ਕਹਿੰਦਾ ਸਿੱਖ ਰਾਈਟਸ ਆ, ਉਹ ਕੌਮ ਦਾ ਗੱਦਾਰ ਆ, ਤੇ ਜੋ ਮੈਂ ਕਿਹਾ ਆ ਮੈਂ ਉੱਤੇ ਸਟੈਂਡ ਕਰਦਾ ਜੀ, ਠੀਕ ਹੈ। ਅਸੀਂ ਹਾਲਾਂਕਿ ਕਿਸੇ ਉਹਨਾਂ ਦੀ ਮੈਜੋਰਿਟੀ, ਉਹਨਾਂ ਦਾ ਥੋੜੇ ਬੰਦਿਆਂ ਦਾ ਕਤਲੇਆਮ ਹੋਇਆ, ਅਸੀਂ ਉਹਨਾਂ ਦੀ ਹਿਊਮਨ ਰਾਈਟਸ ਗਰਾਊਂਡ ਤੇ ਉਹਨਾਂ ਨੇ ਜੈਨੋਸਾਈਡ ਵਰਡ ਯੂਜ਼ ਕੀਤਾ, ਸਾਨੂੰ ਕੋਈ ਆਬਜੈਕਸ਼ਨ ਨਹੀਂ।
ਪਰ ਉਹ ਤੁਹਾਡਾ ਜੈਨੋਸਾਈਡ ਕਰਕੇ ਵੀ ਅੱਜ ਤੱਕ ਨਹੀਂ ਮੰਨਦੇ। ਇਹ ਸਿੱਖ ਕੌਮ ਦੀ ਇਹ ਖੂਬੀ ਆ, ਅਸੀਂ ਇਹਨੂੰ ਡਿਨਾਈ ਨਹੀਂ ਕਰ ਸਕਦੇ। ਜੇ ਅਸੀਂ ਹਿਊਮਨ ਰਾਈਟਸ ਤੇ ਸਟੈਂਡ ਲੈਂਦੇ ਆ, ਕਿਸੇ ਨਾਲ ਵੀ ਹੋਵੇ, ਅਸੀਂ ਉਹਦੇ ਉੱਤੇ ਸਟੈਂਡ ਲੈਂਦੇ। ਤੇ ਇੱਕ ਗੱਲ ਮੈਂ ਹੋਰ ਕਹਿ ਦੇਵਾਂ, ਮੇਰੀ ਬੇਨਤੀ ਆ ਜੀ, ਕਿ ਮੇਰੇ ਕੋਲ ਨਿਊਜ਼ ਵੀ ਆਈ ਆ ਇੱਕ, ਸ਼ਾਇਦ ਤੁਹਾਡੇ ਤੋਂ ਨਹੀਂ ਆਈ। ਬਾਬਾ ਪਲਵਿੰਦਰ ਸਿੰਘ ਤਲਵਾੜਾ ਜੋ ਕਿ ਦੀਪ ਸਿੱਧੂ ਉਹਨਾਂ ਦੇ ਬਹੁਤ ਕਲੋਜ਼ ਸੀ, ਉਹਨਾਂ ਦਾ ਵੀ ਐਕਸੀਡੈਂਟ ਹੋਇਆ ਤੇ ਕਈ ਲੋਕੀ ਪੁੱਛਦੇ ਆ ਕਿ ਉਹਨਾਂ ਕਿੱਦਾਂ ਆ, ਤੇ ਅਸੀਂ ਮੀਡੀਆ 'ਚ ਕਹਿ ਦਈਏ ਕਿ ਠੀਕ ਠਾਕ ਨੇ। ਠੀਕ ਹੈ ਨਾ, ਕੋਈ ਖਤਰੇ ਵਾਲੀ ਗੱਲ ਨਹੀਂ। ਕਿ ਦੂਜੀ ਗੱਲ ਪਤਾ ਨਹੀਂ ਬਾਅਦ 'ਚ ਅਪਰਚੂਨਿਟੀ ਲੱਗਣੀ ਕਿ ਨਹੀਂ, ਕਈ ਵਾਰੀ ਡਿਬੇਟ ਜਿਹੜੀ ਆ ਹੀਟਡ ਹੋ ਜਾਂਦੀ ਆ। ਜਿਹੜੇ ਆਪਣੇ ਬੀਬੀ ਰਜਿੰਦਰ ਕੌਰ ਆ ਜਿਨ੍ਹਾਂ ਨੇ ਪ੍ਰੋਗਰਾਮ ਸਪਾਂਸਰ ਕਰਾਇਆ, ਦਾਸ ਤਾਂ ਜਾਣਦਾ ਨਹੀਂ, ਪਰ ਅਦਾਰਾ ਪੋਲਿਟਿਕਸ ਪੰਜਾਬ ਵੱਲੋਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਕਈ ਤਰ੍ਹਾਂ ਤੁਸੀਂ ਕੌਮ ਦੀ ਮਦਦ ਕਰ ਸਕਦੇ ਆ। ਜਿਹੜੀ ਫਰੀडम ਆਫ ਸਪੀਚ ਦੀ ਤੁਸੀਂ ਮਦਦ ਕਰ ਰਹੇ ਆ, ਉਹ ਵੀ ਬਹੁਤ ਚੰਗੀ ਗੱਲ ਹੈ। ਤੇ ਤੀਜੀ ਗੱਲ, ਜਿੱਦਾਂ ਮੇਰੇ ਵੀਰ ਜੀ ਨੇ ਕਿਹਾ ਆ ਕਿ ਡਾਇਰੈਕਟ ਡੈਬਿਟ ਜਿੰਨਾ ਵੀ ਤੁਸੀਂ ਅਫੋਰਡ ਕਰ ਸਕਦੇ ਆ, ਇਹ ਤੁਸੀਂ ਜ਼ਰੂਰ ਕਰੋ। ਇਹ ਵੀ ਬਹੁਤ ਜ਼ਰੂਰੀ ਗੱਲ ਹੈ। ਤੇ ਬਾਕੀ ਗੁਰਪ੍ਰੀਤ ਸਿੰਘ ਆਪਣੇ ਨਾਲ ਕੋਲਰ ਨੇ ਜੀ, ਉਹਨਾਂ ਤੋਂ ਵੀ ਪੁੱਛ ਲੈਂਦੇ ਉਹਨਾਂ ਦੇ ਕੀ ਵਿਚਾਰ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਲਾਈਵ ਹੋ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਵੀਰ ਜੀ ਮੇਰੇ ਖਿਆਲ 'ਚ ਇਹ ਇੰਨੀ ਇਨਫੋਰਮਲ ਲੈਂਗੁਏਜ ਨਹੀਂ ਹੈਗੀ। ਕੁੱਤਾ ਕਹਿਣਾ ਇਟਸ ਵੈਰੀ ਨਾਰਮਲ ਇਨ ਮੋਡਰਨ ਕਲਚਰ ਆਫ ਸੋਸਾਇਟੀ। ਸਾਡੇ ਬਾਬੇ ਨਾਨਕ ਨੇ ਵੀ ਕਿਹਾ ਕੁੱਤਾ ਰਾਜ ਬਾਹਰੀਆ। ਸੋ ਦੈਟਸ ਇਟਸ ਨਾਟ ਅ ਬਿਗ ਇਸ਼ੂ। ਚਲੋ ਖੈਰ, ਉਹ ਗੁਰਪ੍ਰੀਤ ਸਿੰਘ ਹੁਣਾਂ ਨੇ ਕਹਿ ਦਿੱਤਾ, ਮੈਂ ਨਹੀਂ ਇਹਨੂੰ ਠੀਕ ਸਮਝਦਾ ਕਿ ਇਹਨੂੰ ਹੁਣ ਰੇਜ਼ ਕਰਨਾ ਕਿ ਕੋਲਰ ਇਹੀ ਆਣ ਕੇ ਦੱਸਣ ਕਿ ਭਾਸ਼ਾ ਯੂਜ਼ ਕਰਨੀ ਚਾਹੀਦੀ ਕਿ ਨਹੀਂ ਚਾਹੀਦੀ। ਮੈਂ ਤੁਹਾਨੂੰ ਜਿਹੜਾ ਕੰਪੈਰੀਜ਼ਨ ਦਿੱਤਾ, ਤੁਸੀਂ ਉਹਦੇ ਤੇ ਵਿਊਜ਼ ਆਪਣੇ ਦਿਓ, ਇਹਨੂੰ ਛੱਡ ਦਿਓ। ਹੁਣ ਆਪਾਂ ਇਹਦੇ ਤੇ ਨਾ ਟਾਈਮ ਵੇਸਟ ਕਰੀ, ਕਿਉਂਕਿ ਜੇ ਤੁਸੀਂ ਪਹਿਲੇ ਕੋਲਰ ਹੋ, ਜੇ ਤੁਸੀਂ ਇਹਦੇ ਤੇ ਟਾਈਮ ਲਾਤਾ, ਦੂਸਰੇ ਕੋਲਰ ਨੇ ਆ ਜਾਣਾ, ਉਹਨਾਂ ਨੇ ਆਪਣਾ ਦੱਸਣਾ ਆਪਣਾ। ਸੋ ਲੈਂਗੁਏਜ ਕਿਹੋ ਜਿਹੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ, ਲੇਕਿਨ ਫੇਰ ਵੀ ਇਹ ਲੈਂਗੁਏਜ ਅਪਰੋਪਰੀਏਟ ਨਹੀਂ ਹੈ ਮੀਡੀਆ ਦੇ ਉੱਤੇ ਇਹ ਵਰਤਣ ਦੇ ਲਈ। ਇਹ ਬਿਲਕੁਲ ਜਸਟੀਫਾਈ ਨਹੀਂ ਕੀਤੀ ਜਾ ਸਕਦੀ ਗੁਰਪ੍ਰੀਤ ਸਿੰਘ, ਨਾ ਹੀ ਇਹ ਕੁਐਸਚਨ ਮੀਡੀਆ ਤੇ ਰੱਖਿਆ ਜਾ ਸਕਦਾ ਕਿ ਤੁਸੀਂ ਇਹ ਲੈਂਗੁਏਜ ਯੂਜ਼ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਭਾਈ ਆਪਣੇ ਬਾਬਾ ਗੁਰਪ੍ਰੀਤ ਸਿੰਘ ਜੀ ਥੋੜੇ ਜਿਹੇ ਇਮੋਸ਼ਨਲ ਨੇ ਅੱਜ। ਹਾਂ ਬਿਲਕੁਲ, ਥੋੜੇ ਜਿਹੇ ਸੀਰੀਅਸ ਲੈ ਕੇ ਇਸਨੂੰ ਮੈਂ ਉਹਨਾਂ ਦੇ ਸੈਂਟੀਮੈਂਟ ਅਸੀਂ ਸਮਝਦੇ ਹਾਂ ਜੀ। ਨਹੀਂ, ਪਰ ਮੇਰੀ ਬੇਨਤੀ ਸੁਣਿਓ, ਪਤਾ ਕੀ ਗੱਲ ਹੈ, ਮੇਰੇ ਕੰਨ ਪੱਕੇ ਹੋਏ ਆ। ਦੱਸਣਾ ਚਾਹੁੰਦਾ ਸੀਗਾ ਵੀ ਜਿਹੜੇ ਇੰਟਰਨੈਸ਼ਨਲ ਟ੍ਰੇਡਿੰਗ ਜਿਹੜੀ ਹੈਗੀ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵੀ ਹੁੰਦੀ ਸੀਗੀ ਜੀ। ਉਹਦਾ ਕੋਈ ਇਦਾਂ ਦੇ ਕੋਈ ਸਟ੍ਰਿਕਸ਼ਨ ਜਾਂ ਬਾਉਂਡੇਸ਼ਨ ਹੈ ਨਹੀਂ ਸੀਗੀਆਂ, ਤੇ ਉਹ ਇੰਟਰਨੈਸ਼ਨਲ ਵੈਲਫੇਅਰ ਸਾਰੇ ਚੱਲਦੇ ਸੀ ਉਦੋਂ ਜੀ। ਤੇ ਮੇਰਾ ਖਿਆਲ ਨਹੀਂ ਹੈ ਉਹਨਾਂ ਨੂੰ ਇਹ ਆਪਾਂ ਨੂੰ ਸੋਚਣਾ ਚਾਹੀਦਾ ਵੀ ਸਾਡੇ ਕੋਲੇ ਕੋਈ ਬਿਜ਼ਨਸ ਜਾਂ ਟ੍ਰੇਡਿੰਗ ਨਹੀਂ ਵਗੈਰਾ ਹੋਣੀਗੀ ਜੀ। ਤੇ ਸੈਕੰਡਲੀ ਲਾਸਟ ਮੈਂ ਥਿੰਕ ਕਹਿਣਾ ਚਾਹੁੰਦਾ ਵੀ ਜਿਹੜੇ ਆਪਣੇ ਸਿੱਖ ਨੇ ਨਾ, ਉਹ ਦੇ ਆਰ ਹਾਈਲੀ eager to cast a vote for Khalistan referendum actually ਜੀ। ਉਹ ਤਾਂ 93% ਉਹਨਾਂ ਨੇ ਉਹਦੇ ਪੇਪਰ ਆਪਣੇ ਸਿੱਖਾਂ ਨੇ ਦੱਸਤਾ ਸੀ ਵੀ they want to go for the Khalistan in 1986। ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰਪ੍ਰੀਤ ਸਿੰਘ ਜੀ, ਮੈਟਰ ਤਾਂ ਇਹ ਸੀਗਾ ਕਿ ਅੱਜ ਜਿਹੜੀ ਖਬਰ ਦਿਖਾਈ ਆ ਕਿ ਨਿਊਜ਼ ਆਊਟਲੈਟਸ ਜਿਹੜੇ ਉਹਨਾਂ ਦੇ ਆ ਕਿਤੇ ਨਾ ਕਿਤੇ ਇਨਫਲੂਐਂਸ ਦੇ ਥੱਲੇ ਹੁੰਦੇ ਸਟੇਟਸ ਤੇ, ਅੱਜ ਜਿਹੜੀ ਭਾਸ਼ਾ ਉਹ ਯੂਜ਼ ਕਰਦੇ ਆ ਉਹ ਪ੍ਰਚਲਿਤ ਹੋ ਜਾਂਦੀ ਆ। ਸੋ ਅੱਗੇ ਵੀ ਇੱਕ ਦਿਨ ਅਸੀਂ ਇਹ ਗੱਲਬਾਤ ਕੀਤੀ ਸੀ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਵੋਰ ਆ ਉਹ ਬੜਾ ਮਾਇਨਾ ਰਖਾਉਂਦੀ ਆ। ਇਹੀ ਇਨਫੋਰਮੇਸ਼ਨ ਵੋਰ ਹੁੰਦੀ ਆ ਕਿ ਉਹਨਾਂ ਦਾ ਮੀਡੀਆ ਜਾਂ ਉਹ ਮੀਡੀਆ ਜਿਹੜਾ ਕੋਈ ਇੱਕ ਪਾਸੜ ਹੋਵੇ ਉਹ ਆਪਣੀ ਗੱਲ ਰੱਖਦਾ। ਹਮੇਸ਼ਾ ਹੀ ਅੱਜ 36 ਵਰ੍ਹੇ ਹੋ ਗਏ ਇੱਕ ਹੀ ਗੱਲ ਦੁਬਾਰਾ ਕੀਤੀ ਗਈ ਕਿ ਸਿੱਖ ਰਾਈਟਸ ਆ, ਸਿੱਖ ਰਾਈਟਸ ਆ, ਸਿੱਖ ਰਾਈਟਸ ਆ, ਜਿਹੜੇ ਕਿ ਪ੍ਰਚਲਿਤ ਹੋ ਗਏ ਹਰ ਜਗ੍ਹਾ, ਹਰ ਪੇਪਰ, ਹਰ ਆਊਟਲੈਟ, ਈਵਨ ਇੱਥੇ ਤੱਕ ਕਿ ਸਾਡੇ ਆਪਣੀਆਂ ਨਿਊਜ਼ ਏਜੰਸੀਜ਼ ਜਿਹੜੀਆਂ ਉਹਨੂੰ ਸਿੱਖ ਰਾਈਟਸ ਲਿਖਣ ਲੱਗ ਗਈਆਂ। ਦੇਖੋ, ਮੈਂ ਨਾ ਮਾਰਕੀਟਿੰਗ ਦਾ ਐਕਸਪਰਟ ਆ। ਮੈਂ ਇੱਕ ਗੱਲ ਕਹਿ ਦਵਾਂ, ਮੈਂ ਮਾਰਕੀਟਿੰਗ ਦਾ ਬਹੁਤ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਐਕਸਪਰਟ ਆ। ਥੋੜਾ ਬਹੁਤਾ ਕਾਰੋਬਾਰ ਕਰਕੇ ਵੀ ਲੈ ਲਓ ਤੇ ਕੌਮ ਦੇ ਲਈ ਵੀ ਮਾਰਕੀਟਿੰਗ ਕਰ ਰਹੇ ਆ। ਮੇਰੀ ਅੱਜ ਕਈ ਗੱਲ ਇਹੀ ਸ਼ੋਅ ਦੇ ਵਿੱਚ ਲੋਕਾਂ ਨੂੰ ਰੜਕਣੀ ਆ। ਗੁਰਪ੍ਰੀਤ ਸਿੰਘ ਨੇ ਇੱਕ ਵਰਡ ਯੂਜ਼ ਕੀਤਾ ਉਹਨਾਂ ਲੋਕਾਂ ਲਈ ਜਿਹੜੇ ਇਦਾਂ ਬੋਲਦੇ ਸੀ। ਇਹ ਅੱਜ ਦਾ ਨਿਚੋੜ ਆ। ਮੇਰੀ ਗੱਲ ਸੁਣਿਓ, ਸਾਡੇ ਕੰਨ ਪੱਕੇ ਹੋ ਆ। ਲੋਕੀ ਤੁਹਾਨੂੰ ਖਾਲਿਸਤਾਨ ਦਾ ਲੇਬਲ ਲਾ ਕੇ, ਐਂਟੀ ਨੈਸ਼ਨਲ ਲਾ ਕੇ ਜੋ ਮਰਜ਼ੀ ਬੋਲ ਦਿੰਦੇ ਸੀ, ਠੀਕ ਹੈ ਨਾ। ਅਸੀਂ ਪ੍ਰਾਊਡ ਖਾਲਿਸਤਾਨੀ ਆ, ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ, ਅਸੀਂ ਕੌਮ ਲਈ ਖੜੇ ਆ। ਪਰ ਜਿਹੜੇ ਬੰਦੇ ਸਾਨੂੰ ਭੇਡਾਂ ਕਹਿ ਲਓ, ਜੋ ਮਰਜ਼ੀ ਕਹਿ ਲਓ, ਜਿਹੜੇ 24 ਘੰਟੇ ਸੋਸ਼ਲ ਮੀਡੀਆ ਤੇ ਕਰਦੇ ਆ, ਅਸੀਂ ਉਹਨਾਂ ਨੂੰ ਖੁੱਲੀ ਗੱਲ ਅੱਜ ਕਰ ਦਿੱਤੀ ਆ, ਠੀਕ ਹੈ ਨਾ। ਅਸੀਂ ਕਾਊਂਟਰ ਕੀਤਾ ਉਹਨਾਂ ਨੂੰ ਕਿ ਸਾਨੂੰ ਸਭ ਪਤਾ, ਪਰ ਅਸੀਂ
ਇਖਲਾਕ ਤੋਂ ਡਿੱਗੀ ਗੱਲ ਇਸ ਕਰਕੇ ਨਹੀਂ ਕੀਤੀ ਕਿ ਅਸੀਂ ਲੋਕਾਂ ਦੇ ਜੈਨੋਸਾਈਡ ਨੂੰ ਅਸੀਂ ਮੰਨਿਆ ਸਿੱਖ ਕੌਮ ਦੀ ਫਖਰਦਲੀ ਆ, ਹਾਲਾਂਕਿ ਉਹਨਾਂ ਦਾ ਪਰਸੈਂਟੇਜ ਬਹੁਤ ਛੋਟਾ। ਅਸੀਂ ਕੰਪੈਰੀਜ਼ਨ ਸਟੱਡੀ ਇਹ ਕੀਤੀ ਇੰਟਰਨੈਸ਼ਨਲ ਲੈਵਲ ਤੇ, ਉਹ ਹਜੇ ਵੀ ਸਾਡਾ ਜੈਨੋਸਾਈਡ ਨਹੀਂ ਮੰਨਦੇ ਕਰਕੇ, ਹਾਲਾਂਕਿ ਕਸ਼ਮੀਰੀਆਂ ਦਾ ਜੈਨੋਸਾਈਡ ਅਸੀਂ ਨਹੀਂ ਕੀਤਾ, ਉਹ ਇੱਕ ਧਿਰ ਨੇ ਕੀਤਾ। ਪਰ ਜਿਹੜੀ ਧਿਰ ਨੂੰ ਅਸੀਂ ਮਾਨਤਾ ਦੇ ਰਹੇ ਹਾਂ ਜੈਨੋਸਾਈਡ ਦੀ, ਉਹਨਾਂ ਨੇ ਸਾਨੂੰ ਮਾਨਤਾ ਨਹੀਂ ਦਿੱਤੀ। ਇਹ ਗੱਲ ਸਮਝਣ ਦੀ ਲੋੜ ਹੈ। ਕਿਤੇ ਨਾ ਕਿਤੇ ਸਿੱਖਾਂ ਦਾ ਜੈਨੋਸਾਈਡ ਉਹਨਾਂ ਨੇ ਕੀਤਾ ਆ, ਜਿਹਨਾਂ ਨੂੰ ਅਸੀਂ ਫੇਰ ਵੀ ਮਾਨਤਾ ਦੇ ਰਹੇ ਹਾਂ। ਕੀਤਾ ਉਹਨਾਂ ਦਾ ਤੀਜੀ ਧਿਰ ਨੇ ਆ। ਸਮਝਣ ਦੀ ਗੱਲ ਇਹ ਆ ਕਿ ਸਾਡਾ ਕਨਫਲਿਕਟ, ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਅੱਜ, ਜਿਹੜੀ ਮੈਂ ਗੱਲ ਕਹੀ ਆ, ਇਹ ਕਈਆਂ ਦੇ ਕੰਨਾਂ ਚੋਂ ਧੂੜ ਲਿਥ ਗਈ ਹੋਣੀ ਕਿ ਜਿਹੜੇ 50-50 ਵੀ ਸੀ ਨਾ, ਕਿ ਲਾਈਟਲੀ ਵੀ ਕਹਿ ਦਿੰਦੇ ਸੀ ਸਿੱਖ ਰਾਈਟਸ ਹੋਣਗੇ। ਹੁਣ ਜਦੋਂ ਕਹਿਣ ਲੱਗੂਗੇ ਜੀਵ ਦੰਦਾਂ ਦੇ ਥੱਲੇ ਦੇ ਕੇ ਕਿਆ ਕਰੂਗੇ ਜੈਨੋਸਾਈਡ, ਉਹਨਾਂ ਨੂੰ ਮੇਰੀ ਕਹੀ ਇਹ ਵਰਡਿੰਗ ਰੋਜ਼ ਬੈਠਿਆਂ ਨੂੰ, ਜਦੋਂ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਊਗਾ, ਉਹਨਾਂ ਨੂੰ ਯਾਦ ਆਊਗੀ। ਚਾਹੇ ਤੁਸੀਂ ਮੈਨੂੰ ਗਾਲਾਂ ਕੱਢ ਲਿਓ, ਮੈਂ ਕੌਮੀ ਤੌਰ ਤੇ ਆਪਣਾ ਫਰਜ਼ ਨਿਭਾ ਚੱਲਾ। ਕਿ ਜਿਹੜੇ ਕਿਤੇ ਭੁੱਲ ਭੁਲੇਖੇ ਦੇ ਵਿੱਚ ਵੀ ਵਰਡਿੰਗ ਗਲਤ ਯੂਜ਼ ਕਰਦੇ ਆ, ਉਹਨਾਂ ਨੂੰ ਵੀ ਪਤਾ ਲੱਗ ਜੂ ਕਿ ਇਹ ਗੱਲ ਅਸੀਂ ਐਕਸੈਪਟ ਨਹੀਂ ਕਰਦੇ ਨਾ ਕੌਮ ਜੀ। ਬਿਲਕੁਲ ਜੀ, ਆਪਣੇ ਨਾਲ ਇੱਕ ਕੋਲਰ ਨੇ ਗੁਰਪ੍ਰੀਤ ਸਿੰਘ ਜੀ, ਉਹਨਾਂ ਤੋਂ ਵੀ ਜਾਣਦੇ ਹੋ ਕੀ ਕਹਿਣਾ ਚਾਹੁੰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜੀ ਵੀਰ ਜੀ ਆਪ ਜੀ ਲਾਈਵ ਹੋ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਤੁਹਾਡੀ ਕੋਲ ਜਿਹੜੀ ਤੁਸੀਂ ਮਿਊਟ ਤੇ ਲਾਇਆ ਹੋਇਆ ਜੀ ਆਪਣਾ ਫੋਨ। ਜੀ ਵੀਰ ਜੀ ਆਪ ਜੀ ਲਾਈਵ ਹੋ ਜੀ, ਤੁਹਾਡਾ ਫੋਨ ਮਿਊਟ ਤੇ ਹੈ, ਮਿਊਟ ਆਫ ਕਰੋ ਜੀ। ਖੈਰ ਉਹ ਕਈ ਵਾਰ ਭੁਲੇਖੇ ਨਾਲ ਮਿਊਟ ਲਾ ਲਿਆ ਜੀ ਉਹਨਾਂ ਨੇ। ਇਹਦੇ ਨਾਲ ਹੀ ਗੁਰਪ੍ਰੀਤ ਸਿੰਘ ਇੱਕ ਹੋਰ ਵੀ ਹੈ, ANI ਦੇ ਹਵਾਲੇ ਤੋਂ ਅੱਜ ਇਹ ਗੱਲ ਹੋਈ ਹੈ ਕਿ ANI ਨੇ ਡਿਫਰੈਂਸ ਜਿਹੜਾ ਆ ਦੋਨਾਂ ਦੇ ਵਿੱਚ ਕੀ ਕੀਤਾ। ਸੋ ਇੱਕ ਜਿਹੜਾ ਆ ਕਿਤੇ ਨਾ ਕਿਤੇ ਕੂਲ ਜੀ ਦੁਆਰਾ ਫੇਰ ਉਹਨਾਂ ਸੱਜਣਾ ਦੀ ਆ ਗਈ ਆ। ਸੋ ਖੈਰ ਐਨੀਵੇ ਡ੍ਰੌਪ ਹੋ ਗਈ ਜੀ। ਤੁਸੀਂ ਅੱਜ ਤੁਹਾਡੇ ਨਾਲ ਵੀ ਇੱਕ ਥੋੜ੍ਹਾ ਟਾਈਮ ਪਹਿਲਾਂ ਜਿਹੜਾ ਇੱਕ ਵਾਕਿਆ ਹੋਇਆ ਸੀ, ਤੁਹਾਡੇ 'ਤੇ ਵੀ ਜਿਹੜਾ ਇੱਕ ਖਬਰ ਦਿੱਤੀ ਗਈ ਸੀ ਕਿ ਤੁਹਾਡੇ ਛਾਪਾ ਪਿਆ, ਸਮਾਨ ਫੜਿਆ ਗਿਆ। ਸੋ ਇੱਕ ਝੂਠੀ ਖਬਰ ਜਿਹੜੀ ਆ ਉਹ ਵੀ ਫੈਲਾਈ ਗਈ। ਮੇਰਾ ਖਿਆਲ ਤੁਹਾਡਾ ਉਹ ਕੇਸ ਦਾ ਕੀ ਬਣਿਆ, ਉਹ ਕੀ ਚੱਲ ਰਿਹਾ, ਉਹਦੇ ਬਾਰੇ ਤੁਸੀਂ ਜ਼ਰੂਰ ਅਪਡੇਟ ਦਿਓ। ਦੇਖੋ ਇਹ ਥੋੜਾ ਜਿਹਾ ਡਿਫਰੈਂਟ ਮੈਟਰ ਆ। ਇਹਦੇ ਨਾਲ ਲੱਗ ਕੇ ਕਹਿਣ ਦਾ ਮਤਲਬ ਇਹ ਆ ਕਿ ਇੰਡੀਆ ਦੇ ਵਿੱਚ ਝੂਠੇ ਕੇਸ ਪਾਉਂਦੇ ਸੀ, ਝੂਠੀਆਂ ਨਿਊਜ਼ਾਂ ਲੱਗਦੀਆਂ ਸੀ, ਠੀਕ ਹੈ ਨਾ। ਉਹਨਾਂ ਨੇ ਟਰਾਈ ਕੀਤੀ ਹੈ ਕਿ ਇਹਨਾਂ ਗੁਰਪ੍ਰੀਤ ਸਿੰਘ ਕੋਲਰ ਨੇ ਆਪਣੇ ਨਾਲ, ਜੇ ਕਹੋ ਤੇ ਇੱਕ ਕੋਲ ਨਾਲ ਵੀ ਆਪਾਂ ਨਾਲ ਜਾਈਏ। ਪ੍ਰਾਇੋਰਟੀ ਦਿਓ ਜੀ। ਪਤਾ ਨਹੀਂ ਜੀ ਕੀ ਰੀਜ਼ਨ ਹੈ। ਖੈਰ ਮੈਂ ਜਾਤੀ ਟੈਕ ਟੀਮ ਨੂੰ ਬੇਨਤੀ ਕਰਦਾ ਜੀ, ਥੋੜਾ ਜਿਹਾ ਕੋਲਸ ਦੇ ਵਿੱਚ ਪ੍ਰੋਬਲਮ ਹੈ। ਤੁਸੀਂ ਕੈਰੀ ਔਨ ਕਰੋ ਗੁਰਪ੍ਰੀਤ ਸਿੰਘ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਇੱਥੇ ਵੀ ਰੈਫਰੈਂਡਮ ਨੂੰ, ਜਾਂ ਜਿਹੜੇ ਰੈਫਰੈਂਡਮ ਦੇ ਨਾਲ ਐਸੋਸੀਏਟ ਬੰਦੇ ਸੀਗੇ, ਉਹਨਾਂ ਨੂੰ ਵੀ ਟਾਰਨਿਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਝੂਠੀਆਂ ਖਬਰਾਂ ਲਾ ਕੇ ਜੀ। ਪਰ ਆਪਾਂ ਉਹਨਾਂ ਨੂੰ ਟੈਕਲ ਕਰ ਲਿਆ ਆਪਣੇ ਹਿਸਾਬ ਦੇ ਨਾਲ, ਠੀਕ ਹੈ ਨਾ ਜੀ। ਪਰ ਮੈਨੂੰ ਅਫਸੋਸ ਇਹ ਗੱਲ ਦਾ ਸੀਗਾ ਕਿ ਕਈ ਜਿਹੜੇ ਆਪਣੇ ਮੀਡੀਆ ਸੀਗੇ, ਉਹਨਾਂ ਨੇ ਰੈਫਰੈਂਡਮ ਦੀ ਕੋਈ ਨਿਊਜ਼ ਨਹੀਂ ਦਿੱਤੀ। ਪਰ ਜਦੋਂ ਰੈਫਰੈਂਡਮ ਦੇ ਖਿਲਾਫ ਕੋਈ ਵੀ ਝੂਠੀ ਖਬਰ ਜਾਂ ਨੈਗੇਟਿਵ ਖਬਰ ਆਉਂਦੀ ਸੀਗੀ, ਉਹਨੂੰ ਉਹ ਹਾਈਲਾਈਟ ਕਰਦੇ ਸੀਗੇ। ਸੋ ਮੈਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਸੀ, ਇਹ ਮੀਡੀਆ ਤਾਂ ਸਿੱਖਾਂ ਦਾ, ਇਹ ਦੁਸ਼ਮਣ ਦੀ ਬੋਲੀ ਕਿਉਂ ਬੋਲਣ ਡਿਆ। ਸੋ ਇਹਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਜਿਨ੍ਹਾਂ ਨੂੰ ਅਸੀਂ ਭਰਮ ਪਾਲ ਕੇ ਬੈਠੇ ਸੀ ਕਿ ਸਾਡੇ ਪੰਥਕ ਨੇ, ਪਰ ਉਹ ਐਂਟੀ ਪੰਥਕ ਉਹਨਾਂ ਨੇ ਰੋਲ ਅਦਾ ਕੀਤਾ। ਰੈਫਰੈਂਡਮ ਨਾਲ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਇੱਕ ਵੱਖਰਾ ਇਸ਼ੂ ਆ, ਪਰ ਉਹਨੂੰ ਟਾਰਨਿਸ਼ ਕਰਨਾ ਇਹ ਇੱਕ ਵੱਖਰਾ ਇਸ਼ੂ ਜੀ। ਬਿਲਕੁਲ ਜੀ, ਬਹੁਤ ਧੰਨਵਾਦ। ਇੱਕ ਕੋਲਰ ਜਿਹੜੇ ਆਪਾਂ ਨੂੰ ਹੁਣ ਕੋਲ ਕਰ ਰਿਹਾ ਜੀ, ਬਿਲਕੁਲ ਉਹਨਾਂ ਤੋਂ ਵੀ ਜਾਣਦੇ ਕੀ ਕਹਿਣਾ ਚਾਹੁੰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅਸੀਂ ਨਾ ਡੈਬਿਟ ਕਰਾਉਣੇ ਸੀ, ਬੱਚੇ ਨਾ ਫੋਨ ਕਰਦੇ ਆ ਜੀ, ਫੋਨ ਕਰਦੇ ਆ ਤੇ ਅੱਗੋਂ ਫੋਨ ਕੱਟ ਦਿੱਤੇ ਜਾਂਦੇ ਆ ਤੇ ਚੱਕ ਰਹੇ। 2 ਮਹੀਨੇ ਤੋਂ ਬੱਚੇ ਟਰਾਈ ਕਰ ਰਹੇ ਆ। ਤੁਸੀਂ ਕਿੱਥੋਂ? ਆਸਟ੍ਰੇਲੀਆ ਚ। ਹਾਂਜੀ, ਆਸਟ੍ਰੇਲੀਆ ਤੋਂ ਬੋਲ ਰਹੇ ਜੀ? ਅਸੀਂ ਹਾਂਜੀ ਆਸਟ੍ਰੇਲੀਆ ਤੋਂ। ਤਾਂ ਸਾਡੇ ਟਾਈਮ ਦਾ ਬਹੁਤ ਫਰਕ ਪੈ ਜਾਂਦਾ। ਠੀਕ ਹੈ ਜੀ। ਤੁਹਾਨੂੰ ਹੁਣੇ ਹੀ ਜਿਹੜਾ ਆਫਿਸ ਦੇ ਵਿੱਚੋਂ ਕੋਈ ਨਾ ਕੋਈ ਜਿਹੜੇ ਸਾਡੇ ਜਿਹੜੇ ਵੀਰ ਨੇ ਇੱਥੇ ਟੀਮ ਵਾਲੇ, ਸੋ ਉਹ ਕੋਈ ਨਾ ਕੋਈ ਤੁਹਾਨੂੰ ਕੰਟੈਕਟ ਹੁਣੇ ਹੀ ਕਰੂਗਾ ਜੀ ਸਟ੍ਰੇਟਵੇ। ਸੋ ਤੁਹਾਡਾ ਨੰਬਰ ਜਿਹੜਾ ਮੈਂ ਉਹਨਾਂ ਨੂੰ ਭੇਜ ਦਿੰਦਾ ਜੀ, ਫੋਰਵਰਡ ਕਰ ਦੇਣਾ। ਤੁਹਾਨੂੰ ਕੋਲ ਇੰਨਾ ਖਿਆਲ ਰੱਖਿਓ, ਤੁਹਾਨੂੰ ਕੋਲ ਜਿਹੜੀ ਆ ਡਿਫਰੈਂਟ ਨੰਬਰ ਤੋਂ ਆਊਗੀ ਹੁਣ।
ਜੀ ਹਾਂਜੀ ਪਲੀਜ਼ ਜ਼ਰੂਰ ਕਰਿਓ ਕਿ 2 ਮਹੀਨੇ ਬੱਚੇ ਇਸ ਵੇਲੇ ਕੰਮ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੰਮੀ ਤੁਸੀਂ ਉਹ ਨਹੀਂ ਇਹਨਾਂ ਨੂੰ ਕਿਹੋ ਵੀ ਇਸ ਵੇਲੇ ਮੈਂ ਕਿਹਾ ਹੁੰਦੇ ਤੇ ਹੋਣੀ ਜੀ ਜ਼ਰੂਰ ਭੈਣ ਜੀ ਪਲੀਜ਼ ਉਹਨਾਂ ਨੂੰ ਕਿਹੋ ਕਿ ਸਾਰਾ ਕਰੋ ਹੈ ਨਾ। ਬਿਲਕੁਲ ਜੀ ਤੁਹਾਨੂੰ ਤਕਰੀਬਨ ਸਾਨੂੰ 15 ਕੁ ਮਿੰਟ ਦਿਓ ਤੁਹਾਨੂੰ ਹੁਣੇ ਹੀ ਟੀਮ ਦੇ ਵਿੱਚੋਂ ਜਿਹੜੇ ਕੋਈ ਨਾ ਕੋਈ ਮੈਂਬਰ ਜਿਹੜੇ ਆ ਉਹ ਫੋਨ ਜ਼ਰੂਰ ਕਰਨਗੇ ਹੁਣੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਲਰ ਆਪਣੇ ਨਾਲ ਹੋਰ ਮੌਜੂਦ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਜੀ ਵੀਰ ਜੀ ਕੀ ਕਹਿਣਾ ਚਾਹੋਗੇ ਜੀ? ਜੀ ਬੇਨਤੀ ਕਰਨੀ ਸੀਗੀ ਕਿ ਜਿਹੜਾ ਹਿੰਦੁਸਤਾਨ ਦਾ ਮੀਡੀਆ ਹੈ ਜੀ ਉਹ ਸਿਰਫ ਹਿੰਦੁਸਤਾਨ ਦੇ ਪੱਖ ਦੀ ਗੱਲ ਕਰਦਾ ਆ। ਥੋੜੇ ਜਿਹੇ ਕਸ਼ਮੀਰੀਆਂ ਤੇ ਉਹਨਾਂ ਨੇ ਜਿਹੜੀ ਫਿਲਮ ਬਣਾਈ ਆ ਉਹਨੂੰ ਕਿਵੇਂ ਪ੍ਰਚਾਰ ਕਰਦੇ ਆ ਕਿ ਹਾਲਾਂਕਿ ਉੱਥੇ ਚਿੱਟੀ ਸਿੰਘਪੁਰਾ ਵਾਲੇ ਸਿੱਖਾਂ ਦਾ ਕੋਈ ਜ਼ਿਕਰ ਨਹੀਂ ਹੈਗਾ, ਉੱਥੇ ਮੁਸਲਮਾਨਾਂ ਦਾ ਕੋਈ ਜ਼ਿਕਰ ਨਹੀਂ ਹੈਗਾ ਤੇ ਉਹ ਹੁਣ ਦੁਬਾਰਾ ਤੋਂ ਇੱਕ ਫੇਰ ਜੈਨੋਸਾਈਡ ਕਰਨ ਲਈ ਜਿਹੜਾ ਮੁਸਲਮਾਨਾਂ ਦੇ ਖਿਲਾਫ ਲੋਕਾਂ ਨੂੰ ਭੜਕਾਉਣ ਲਈ ਇਹ ਫਿਲਮ ਤਿਆਰ ਕਰ ਦਿੱਤੀ ਆ। ਜਦੋਂ ਤਾਂ ਸਿੱਖ ਕਿਤੇ ਜੈਨੋਸਾਈਡ ਹੁੰਦੀ ਆ ਉਹ ਦੰਗੇ ਆ, ਜਿਵੇਂ ਕਿ ਤੁਸੀਂ ਪਹਿਲਾਂ ਹੀ ਦੱਸਿਆ ਸਿੱਖਾਂ ਦੀਆਂ ਫਿਲਮਾਂ ਤੇ ਬੈਨ ਵੀ ਲੱਗਾ ਵੀ ਸਾਰਾ ਮੀਡੀਆ ਜੀ ਇੱਕ ਪਾਸੇ ਦੀ ਗੱਲ ਕਰਦਾ ਆ ਕਿਉਂਕਿ ਅਗਲਿਆਂ ਕੋਲ ਰਾਜ ਆ। ਤੇ ਬਾਕੀ ਜਿੱਦਾਂ ਹੈਗੀ ਆ ਕਿ ਸਾਡੇ ਵਿੱਚ ਜਿਹੜੇ ਸਿੱਖ ਆ, ਸਾਡੇ ਵਿੱਚ ਕਿ ਪੰਜਾਬ ਵਿੱਚ ਵੀ ਬੈਠੇ ਹੈਗੇ ਆ ਕਿ ਜਿਹੜੇ ਆਪਣੀ ਪੱਗ ਨਾਲ ਬਿਆਨ ਤੇ ਬੁੱਚੜ ਵਰਗਿਆਂ ਦੇ ਅਗਲੇ ਬੁੱਤ ਸਾਫ਼ ਕਰਨ ਜਾਂਦੇ ਆ, ਉਹਨਾਂ ਨੂੰ ਅਸੀਂ ਸਿੱਖ ਵੀ ਨਹੀਂ ਕਹਾਂਗੇ। ਉਹਨਾਂ ਨੇ ਨੀਚ ਤੋਂ ਨੀਚ ਸ਼ਬਦ ਵਰਤਣਾ ਚਾਹੀਦਾ ਹੈ। ਉਹ ਆਪਣੀ ਪੱਗ ਨਾਲ ਸਾਫ਼ ਕਰਦੇ ਆ, ਪੱਗ ਬੰਨਣ ਦਾ ਵੀ ਹੱਕ ਨਹੀਂ। ਸਿੱਖ ਕਿਵੇਂ ਕਹਿ ਦਈਏ? ਇਹ ਉਹ ਲੋਕ ਆ ਜਿਹੜੇ ਸਿੱਖਾਂ ਦੇ ਵਿੱਚ ਬਹਿ ਕੇ ਸਿੱਖਾਂ ਦੀਆਂ ਜੜ੍ਹਾਂ ਵੱਢਦੇ ਆ ਰਹੇ ਆ ਜੀ। ਹਮੇਸ਼ਾ ਦੂਸਰੇ ਪਾਸੇ ਦੀ ਗੱਲ ਕਰਨੀ, ਕੋਈ ਨਾ ਕੋਈ ਜਾਣੀ ਕਿ ਪੁੱਠਾ ਪੰਗਾ ਪਾਈ ਰੱਖਣਾ, ਕੌਮ ਨੂੰ ਇੱਕ ਪਾਸੇ ਨੂੰ ਜੋੜਨੀ ਨਹੀਂ ਦੇਣਾ, ਅੱਗੇ ਨੂੰ ਦੂਸਰੇ ਪਾਸੇ ਨੂੰ ਕਰ ਦੇਣਾ, ਦੁਫਾੜ ਰੱਖਣਾ। ਇੰਨੀਆਂ ਕੁ ਬੇਨਤੀਆਂ। ਬਾਕੀ ਗੁਰਪ੍ਰੀਤ ਭਾਈ ਹੁਣੀ ਜੋ ਗੱਲ ਸਹੀ ਆ, ਇਹ ਹੱਕਦਾਰ ਇਸ ਸ਼ਬਦ ਦੇ, ਜੇ ਕੋਈ ਇਹ ਤੋਂ ਨੀਚ ਸ਼ਬਦ ਹੈਗਾ ਉਹਨਾਂ ਲਈ ਵਰਤਣਾ ਚਾਹੀਦਾ। ਕੌਮ ਦੇ ਜਿਹੜੇ ਰਾਜ ਦੀ ਗੱਲ ਨਹੀਂ ਕਰਦੇ, ਕੌਮ ਦੇ ਦੂਸਰੇ ਪਾਸੇ ਖੜਦੇ ਆ। ਧੰਨਵਾਦ ਵੀਰ ਜੀ, ਤੁਸੀਂ ਜਿਹੜੇ ਸ਼ਬਦ ਵਰਤਨੇ ਤੁਸੀਂ ਵਰਤੋ, ਲੇਕਿਨ ਆਪਣੀ ਨਿੱਜੀ ਜ਼ਿੰਦਗੀ ਜਾਂ ਵੈਸੇ ਵਰਤੋ। ਲੇਕਿਨ ਮੀਡੀਆ ਤੇ ਆਣ ਕੇ ਮੈਂ ਹਜੇ ਵੀ ਸਟਿਲ ਇਹ ਕਹੂੰਗਾ ਇਹ ਬਿਲਕੁਲ ਜਸਟੀਫਾਈ ਨਹੀਂ ਗੁਰਪ੍ਰੀਤ ਸਿੰਘ। ਨਹੀਂ ਉਹ ਮੈਂ ਤੁਹਾਡੀ ਗੱਲ ਸਮਝ ਗਿਆ, ਪਰ ਇੱਕ ਮੇਰੀ ਬੇਨਤੀ ਸੁਣਿਓ ਜੀ, ਇੱਕ ਮਿੰਟ ਬੇਨਤੀ ਸੁਣਿਓ। ਹੁਣ ਜਿੱਦਾਂ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਆਪਣੀ ਪੱਗ ਲਾ ਕੇ ਬੁੱਤ ਸਾਫ਼ ਕਰਨਾ, ਹਨਾ। ਤੁਸੀਂ ਮੈਨੂੰ ਦੱਸੋ ਕਿ ਇਸ ਇਨਸਾਨ ਨੂੰ ਸੱਭਿਅਕ ਭਾਸ਼ਾ ਦੇ ਵਿੱਚ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੱਗ ਕੌਮ ਦੀ ਪੱਗ ਆ, ਹਾਲਾਂਕਿ ਭਗਵੰਤ ਮਾਨ ਨੇ ਕੇਜਰੀਵਾਲ ਦੇ ਪੈਰੀ ਹੱਥ ਲਾਇਆ ਪੱਗ ਬੰਨ ਕੇ, ਏਡਾ ਵੱਡਾ ਇਸ਼ੂ ਆ। ਉਹਨੇ ਇੱਕ ਬੁੱਚੜ ਰਾਜੀਵ ਗਾਂਧੀ ਜਿਹੜਾ ਡਾਕੂਮੈਂਟਡ ਆ, ਤਾਮਿਲਾਂ ਦਾ ਜਿਹਨਾਂ ਨੇ ਕੀਤਾ ਜੈਨੋਸਾਈਡ ਕੀਤਾ, ਸਿੱਖਾਂ ਦਾ ਕੀਤਾ, ਆਪਣੀ ਪੱਗ ਲਾ ਕੇ ਉਹਦਾ ਸਾਫ਼ ਕੀਤਾ। ਮੈਨੂੰ ਹੁਣ ਤੁਸੀਂ ਦੱਸੋ ਕੋਈ ਵੀ ਬੰਦਾ ਕਿ ਸੱਭਿਅਕ ਭਾਸ਼ਾ ਦੇ ਵਿੱਚ, ਸੱਭਿਅਕ ਭਾਸ਼ਾ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਨਿਚਲੇ ਦਰਜੇ ਦੀ ਉਹਨਾਂ ਨੇ ਹਰਕਤ ਕੀਤੀ, ਸੋ ਤੁਸੀਂ ਜ਼ਰੂਰੀ ਮੇਨ ਸਟ੍ਰੀਮ ਟੀਵੀ ਤੇ ਆਣ ਕੇ ਇਹੋ ਜਿਹੀ ਭਾਸ਼ਾ ਵਰਤਣੀ ਆ? ਨਹੀਂ ਦੱਸੋ ਕਿੱਥੇ ਜਸਟੀਫਾਈਡ ਹੈ? ਤੁਸੀਂ ਜੇ ਗਾਲੀ ਗਲੋਚ ਮੇਨ ਸਟ੍ਰੀਮ ਟੀਵੀ ਤੇ ਆਣ ਕੇ ਭਾਸ਼ਾ ਵਰਤੋਗੇ, ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਓਗੇ? ਜੇ ਇੱਕ ਬੰਦੇ ਨੇ ਤੁਹਾਡੇ ਤੇ ਜ਼ੁਲਮ ਕੀਤਾ, ਜੇ ਉਹ ਤੁਹਾਨੂੰ ਉਹ ਭਾਸ਼ਾ ਵਰਤਦਾ, ਤੁਹਾਨੂੰ ਇਸੇ ਕਰਕੇ ਤੁਹਾਡੇ ਵਿੱਚ ਡਿਫਰੈਂਸ ਆ। ਗੁਰੂ ਨਾਨਕ ਦੀ ਜਿਹੜੀ ਸਾਜੀ ਹੋਈ ਕੌਮ ਆ ਤੇ ਦੂਸਰੇ ਆ, ਉਹਨਾਂ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਆ ਗੁਰਪ੍ਰੀਤ ਸਿੰਘ ਜੀ। ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਆ ਇੱਥੇ, ਜੇ ਮੈਂ ਅੱਜ ਇਸ ਕੁਰਸੀ ਤੇ ਬੈਠਾ, ਮੇਰਾ ਫਰਜ਼ ਬਣਦਾ ਮੈਂ ਦੋਨਾਂ ਪੱਖ ਜਿਹੜੇ ਆ ਇਕੁਅਲ ਕਰਕੇ ਤੁਹਾਨੂੰ ਦੱਸਾਂ। ਹਾਲਾਂਕਿ ਮੇਰੀ ਆਪਣੀ ਓਪੀਨੀਅਨ ਜੋ ਮਰਜ਼ੀ ਹੋਵੇ, ਮੈਂ ਆਪਣੇ ਅੰਦਰ ਘੁੱਟ ਕੇ ਬੈਠਾ, ਲੇਕਿਨ ਗੱਲ ਆ ਮੈਂ ਤੁਹਾਡੇ ਜਜ਼ਬਾਤ ਸਮਝਦਾ, ਮੈਂ ਸਾਰਾ ਕੁਝ ਸਮਝਦਾ, ਪਰ ਇਹ ਕੋਈ ਵਧੀਆ ਭਾਸ਼ਾ ਨਹੀਂ ਵੀ ਇਹ ਅਸੀਂ ਵਰਤਣੀ ਆ। ਇਹ ਵੀ ਮੈਂ ਤੁਹਾਨੂੰ ਕਲੀਅਰ ਕਰ ਦਵਾਂ, ਤੁਸੀਂ ਹੈਗੇ ਹੋਸਟ, ਮੈਂ ਹੈਗਾ ਗੈਸਟ। ਤੀਜੀ ਗੱਲ, ਉਹੀ ਵੰਡ, ਉਹੀ ਬੰਦਾ ਲੈਟਸ ਬੀ ਵੈਰੀ ਕਲੀਅਰ, ਤੁਸੀਂ ਵੀ ਭੁਲੇਖੇ 'ਚ ਆ, ਉਹ ਗੁਰਦੁਆਰੇ ਆਉਂਦਾ। ਮੈਂ ਕੋਈ ਬੰਦਾ ਤੁਸੀਂ ਇੱਕ ਸ਼ਬਦ ਨੂੰ ਜਸਟੀਫਾਈ ਕਰਨ ਦੇ ਲਈ ਆਪਾਂ ਇੰਨੀ ਕਾਹਦੇ ਲਈ ਡਿਬੇਟ ਕਰਨ ਲੱਗੇ ਆ? ਮੈਟਰ ਇਹੀ ਡਿਫਰੈਂਸ ਹੈ। ਮੇਰੀ ਗੱਲ ਸੁਣੋ ਗੁਰਪ੍ਰੀਤ ਸਿੰਘ ਜੀ, ਇਹੀ ਡਿਫਰੈਂਸ ਆ ਜਿਹੜਾ ਦੂਸਰੇ ਮੀਡੀਆ ਦੇ ਵਿੱਚ ਤੇ ਤੁਹਾਡੇ ਮੀਡੀਆ 'ਚ ਹੋਣਾ ਚਾਹੀਦਾ। ਅਸੀਂ ਪਾਣੀ 'ਚ ਮਧਾਣੀ ਨਾ ਪਾਈਏ, ਅਸੀਂ ਜਿਹੜਾ ਮੈਟਰ ਆ ਉਹਨੂੰ ਡਿਸਕਸ ਕਰੀਏ ਕਿ ਜਿਹੜੀਆਂ ਨਿਊਜ਼ ਆਊਟਲੈਟਸ ਆ ਉਹ ਤੁਹਾਡੇ ਲਈ ਕੀ ਕਰ ਰਹੀਆਂ, ਜਿਹਦੇ ਵਿੱਚੋਂ ਕੁਝ ਨਿਕਲ ਸਕਦਾ। ਨਹੀਂ, ਸਾਨੂੰ ਗੁੱਸਾ ਆਪਣੇ ਬੰਦਿਆਂ ਤੇ ਆ, ਦੁਸ਼ਮਣ ਤੇ ਬਾਅਦ 'ਚ ਆ। ਮੈਂ ਤੁਹਾਡੀ ਗੱਲ ਸਮਝਦਾ। ਜਿਹੜੇ ਬੰਦੇ ਤੁਹਾਨੂੰ ਡਿਲਿਬਰੇਟਲੀ ਟਾਰਗੇਟ ਕਰਦੇ ਆ, ਮੰਡ ਵਰਗੇ, ਉਹਨਾਂ ਲਈ ਤੁਸੀਂ ਕਿਹੜਾ? ਮੇਰੀ ਤੀਜੀ ਗੱਲ, ਮੰਡ ਗੁਰਦੁਆਰੇ ਆਵੇ, ਤੁਸੀਂ ਉਹਦੇ ਜੋੜੇ ਵੀ ਝਾੜੋਗੇ, ਤੁਸੀਂ ਉਹਨੂੰ ਲੰਗਰ ਵੀ ਛਕਾਓਗੇ, ਤੁਸੀਂ ਉਹਦੇ ਭਾਂਡੇ ਵੀ ਮਾਂਜੋਗੇ। ਸਾਡੇ 'ਚ ਤਾਂ ਬਿਤਕਰਾ ਹੀ ਨਹੀਂ, ਉੱਥੇ ਅਸੀਂ ਉਹਨੂੰ ਗੁਰਸਿੱਖ ਕਵਾਂਗੇ। ਪੋਜੀਸ਼ਨ ਕੀ ਆ, ਇਹ ਮੈਟਰ ਕਰਦਾ। ਪੋਜੀਸ਼ਨ ਕੀ ਆ ਤੇ ਉਹਨੇ ਕਰਤੂਤ ਕੀ ਕੀਤੀ, ਇਹ ਮੈਟਰ ਕਰਦਾ। ਇਹ ਭੁਲੇਖੇ 'ਚ ਨਾ ਰਹੀਏ ਆਪਾਂ ਜੀ। ਆਪਣੇ ਨਾਲ ਕੋਲਰ ਨੇ ਜੀ ਗੁਰਪ੍ਰੀਤ ਸਿੰਘ, ਹੋਰ ਉਹਨਾਂ ਤੋਂ ਵੀ ਲੈ ਲੈਣੇ ਕੋਲ, ਉਹਨਾਂ ਤੋਂ ਪੁੱਛ ਲੈਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸਤਿ ਸ੍ਰੀ ਅਕਾਲ ਭਾਜੀ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਕਹਿਣਾ ਚਾਹੋਗੇ ਜੀ? ਜਿੱਦਾਂ ਇੰਡੀਆ ਦਾ ਮੀਡੀਆ, ਪਾਕਿਸਤਾਨ ਦਾ ਮੀਡੀਆ ਹੋਇਆ ਜੀ, ਇਹ
ਚੂਕ ਕਰਾਉਣ ਦੀ ਮਤਲਬ ਗੱਲ ਨਹੀਂ ਕਰਦੇ। ਮੈਂ ਬਹੁਤ ਬੰਦਿਆਂ ਨਾਲ ਆਪਣਿਆਂ ਨਾਲ ਵੀ ਗੱਲ ਕੀਤੀ ਹੈ। ਹਾਂਜੀ, ਉਹ ਰੂਸ ਦੀ ਗੱਲ ਕਰਦੇ ਨੇ। ਹਾਂਜੀ ਜੀ, ਮੈਂ ਉਹਨਾਂ ਨੂੰ ਕਿਹਾ ਵੀ ਟੈਚੀ ਤੋਂ ਕਿ ਰੂਸ ਤੋਂ ਜਾਓ ਜਾਂ ਇੰਡੀਆ ਤੋਂ ਜਾਓ। ਹਾਂਜੀ, ਇਹਨਾਂ ਦੀ ਭਲਵਾਨ ਸੀ, ਇਹਨਾਂ ਦੀ ਰੋਟੀਆਂ ਖਾਂਦੇ ਨੇ, ਇਹਨਾਂ ਲੂਣ ਆਰਾਮ ਕਰਦੇ ਲੋਕ ਇੰਨੇ। ਵੇਖੋ ਇੱਕ ਗਰੀਬ ਮੁਲਕ ਨੂੰ ਇਕੱਲੇ ਉਹਦੀ ਤੁਸੀਂ ਮਦਦ ਕਰੋ। ਉਹ ਯੂਰਪ ਚ ਆਉਂਦਾ, ਇੰਗਲੈਂਡ, ਅਮਰੀਕਾ, ਉਹਦੇ ਵੱਲ ਇੱਕ ਭੈੜੇ ਮੁਲਕ ਵੱਲ ਜਿਹਨੇ ਹਰਿਮੰਦਰ ਸਾਹਿਬ ਤੇ ਅਟੈਕ ਕਰਾਇਆ ਸੀ, ਮਦਦ ਕੀਤੀ। ਨਹੀਂ ਜੀ, ਮਤ ਤਾਂ ਫਿਰ ਹੁਣ ਉਹਦੇ ਵਿੱਚ ਤਾਂ ਜੀ ਇੱਥੇ ਯੂਕੇ ਦੀਆਂ ਏਜੰਸੀਜ਼ ਵੀ ਇਨਵੋਲਵ ਆ। ਰੋਲ ਤੇ ਹੈਗਾ। ਮੈਂ ਆਪਣੇ ਲੋਕਾਂ ਦੀ ਗੱਲ ਕਰਦਾ ਵੀ ਮੈਂ ਉਹਨਾਂ ਨੂੰ ਕਿਹਾ ਟੈਚੀ ਚੁੱਕ ਕੇ ਰੂਸ ਤੋਂ ਜਾਂ ਮੋਦੀ ਕੋਲ ਤੁਰ ਜਾਓ। ਚਲੋ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵਿਚਾਰ ਰੱਖਣ ਲਈ। ਸਤਿ ਸ਼੍ਰੀ ਅਕਾਲ ਜੀ। ਸੋ ਕਹਿੰਦੇ ਟੈਚੀ ਚੁੱਕ ਕੇ ਜੀ ਉੱਧਰ ਚਲੇ ਜਾਓ। ਖੈਰ ਆਪੋ ਆਪਣੇ ਵਿਚਾਰ ਨੇ ਜੀ ਸਾਰੇ ਕੋਲਰਾਂ ਦੇ। ਜੀ ਗੁਰਪ੍ਰੀਤ ਸਿੰਘ ਜੀ ਆਪਣੇ ਦਾ ਕੋਲਰ ਹੀ ਖੋਰ ਨੇ ਜੀ। ਮੈਂ ਚਾਹੁੰਦਾ ਕੋਲਰ ਹੀ ਜਿਹੜੇ ਆਪਣੇ ਵਿਚਾਰ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ ਕੀ ਕਹਿਣਾ ਚਾਹੋਗੇ ਜੀ? ਮੈਂ ਕਹਿਣਾ ਚਾਹੁੰਦਾ ਵੀਰ ਦਪਿੰਦਰ ਸਿੰਘ ਜੀ ਦਾ ਰਾਈਟ ਵੇ ਤੇ ਹਮਸਲੇ ਜੋ ਕਹਿ ਰਹੇ ਬਿਲਕੁਲ ਸੱਚ ਕਹਿ ਰਹੇ ਜੀ। ਜੀ ਧੰਨਵਾਦ ਵੀਰ ਜੀ। ਨਹੀਂ ਜੀ, ਗੱਲ ਇਹ ਨਹੀਂ ਜੀ ਕੌਣ ਸੱਚ ਕਹਿ ਰਿਹਾ, ਕੌਣ ਗੱਲ ਜਿਹੜਾ ਕੌਣ ਕੀ ਕਰ ਰਿਹਾ। ਆਪਣਾ ਭਾਸ਼ਾ, ਇਸ ਤੋਂ ਵੀ ਥਲਵੀਂ ਭਾਸ਼ਾ ਵਰਤਣੀ ਚਾਹੀਦੀ ਹੈ ਜਿਹੜਾ ਸਿੱਖੀ ਨਾਲ ਗੱਦਾਰੀ ਕਰੇ। ਹਾਂ ਬਿਲਕੁਲ ਜੀ, ਉਹ ਤੁਸੀਂ ਆਪਣੀ ਪਰਸਨਲ ਉਹ ਵੱਖਰੀ ਗੱਲ ਹੈ। ਚਲੋ ਤੁਸੀਂ ਜੋ ਮਰਜ਼ੀ ਕਹੋ। ਮੈਂ ਇਹ ਕਹਿ ਰਿਹਾ ਕਿ ਜਦੋਂ ਤੁਸੀਂ ਮੇਨ ਸਟ੍ਰੀਮ ਮੀਡੀਆ ਤੇ ਹੋ, ਕਿਸੇ ਜ਼ਿੰਮੇਵਾਰ ਥਾਂ ਤੇ ਬੈਠੇ ਹੋ, ਉਦੋਂ ਆਪਾਂ ਗਰੇਜ਼ ਕਰੀਏ। ਦੇਖਣਗੇ ਤੇ ਉਹਨਾਂ ਨੂੰ ਪਤਾ ਚੱਲਣਾ ਕਿ ਸਾਡੇ ਖਿਲਾਫ ਇਹ ਭਾਸ਼ਾ ਵਰਤੀ ਜਾ ਰਹੀ ਹੈ। ਫੇਸਬੁੱਕ ਤੇ ਬਥੇਰੇ ਚੈਨਲ ਘੁੰਮੇ ਫਿਰਦੇ ਨੇ ਛੋਟੇ ਛੋਟੇ ਜੀ। ਮੈਨੂੰ ਤਾਂ ਪਤਾ ਚੱਲਦਾ ਕਿਉਂਕਿ ਅੱਜ ਇੰਡੀਆ ਵਾਲੇ ਵੀ ਅੱਜ ਤੱਕ ਕੱਲ ਤੱਕ ਤੇ ਜਗ੍ਹਾ ਵਿੱਚ ਕਹਿੰਦੇ ਅੱਜ ਤੱਕ ਕੱਲ ਤੱਕ ਕभी कभी अभी ਉਹ ਦੇਖ ਕੇ ਸਾਰੀ ਦੁਨੀਆ ਦੇਖਦੀ ਆ ਜੀ। ਧੰਨਵਾਦ ਵੀਰ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਲਰ ਆਪਣੇ ਨਾਲ ਹੋਰ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ ਵੀਰ ਜੀ। ਮੇਰਾ ਖਿਆਲ ਹੈ ਭਾਈ ਵੀਰ ਗੁਰਪ੍ਰੀਤ ਨੂੰ ਮੇਰਾ ਖਿਆਲ ਹੈ ਯੂਐਸ ਮੀਡੀਆ ਤੇ ਆ ਕੇ ਬੋਲਣਾ ਚਾਹੀਦਾ। ਨਹੀਂ ਭਾਜੀ, ਉਹ ਮੇਰੇ ਨਾਲ ਵੀ ਕਰਨੇ ਆ। ਰਵਾਨੀ ਨੇ ਜਦੋਂ ਰਥ ਯਾਤਰਾ ਕੱਢੀ ਸੀ ਜੀ, ਇਹ ਉਹਦਾ ਸੀਗਾ ਵੀ ਕਸ਼ਮੀਰੀ ਪੰਡਤ ਕਸ਼ਮੀਰ ਛੱਡ ਕੇ ਹੇਠਾਂ ਆ ਜਾ। ਤੀਜੀ ਗੱਲ, ਚਿੱਟੀ ਸਿੰਘ ਹੀ ਪੁਰਾਣਾ ਕਾਤਲ ਵੀ ਬਸਵਾਨਾ ਨਹੀਂ ਕਿਆ ਕਰਿਆ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਜੀ, ਅੱਜ ਗੱਲ ਤਾਂ ਇਹ ਆ ਕਿ ਡਿਫਰੈਂਸ਼ੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਗੁਰਪ੍ਰੀਤ ਸਿੰਘ ਜੀ ਕਿ ਤੁਹਾਡੇ ਲਈ ਜਿਹੜਾ ਮੀਡੀਆ ਆ ਉਹ ਕੀ ਬੋਲ ਰਿਹਾ ਤੇ ਆਪਣੇ ਲੋਕਾਂ ਲਈ ਉਹ ਮੀਡੀਆ ਜਿਹੜਾ ਆ ਉਹ ਕੀ ਬੋਲ ਰਿਹਾ। ਸੋ ਕਿਤੇ ਨਾ ਕਿਤੇ ਮੀਡੀਆ ਬਹੁਤ ਵੱਡੀ ਚੀਜ਼ ਹੁੰਦੀ ਆ। ਸਭ ਤੋਂ ਵੱਡਾ ਅੱਜ ਦੀ ਦੁਨੀਆ ਦੇ ਵਿੱਚ ਜਿਹੜਾ ਵੈਪਨ ਆ ਉਹ ਕਲਮ ਆ। ਸੋ ਜਦੋਂ ਕਲਮ ਦੇ ਨਾਲ ਕਿਸੇ ਚੀਜ਼ ਨੂੰ ਲਿਖਿਆ ਜਾਂਦਾ, ਕੋਈ ਟੈਕਸਟ ਜਿਹੜਾ ਆ ਕਿਸੇ ਚੀਜ਼ ਦੇ ਵਿੱਚ ਅੰਕਿਤ ਕਰ ਦਿੱਤਾ ਜਾਂਦਾ ਲਿਖ ਕੇ, ਤਾਂ ਉਹ ਜਿਹੜਾ ਡਾਕੂਮੈਂਟ ਆ ਉਹ ਸਦੀਵੀ ਬਣ ਜਾਂਦਾ। ਸੋ ਅੱਜ ਵੀ ਜਿਹੜੀਆਂ ਇਹ ਗੱਲਾਂ ਆ, ਜਿਹੜੇ ਆ ਮੀਡੀਆ ਦੀਆਂ ਇਹ ਨਿਊਜ਼ ਆ, ਕੱਲ੍ਹ ਨੂੰ ਜਦੋਂ ਤੁਹਾਡੀਆਂ ਜਨਰੇਸ਼ਨਸ ਕੱਢ ਕੇ ਦੇਖਣਗੀਆਂ ਤੇ ਇਹਦਾ ਜਿਹੜਾ ਵੱਖਰਾ ਇੰਪੈਕਟ ਜਿਹੜਾ ਉਹਨਾਂ 'ਤੇ ਪੈਂਦਾ। ਸੋ ਮੀਡੀਆ ਜਿਹੜਾ ਹੈ ਇਹਨੂੰ ਕ੍ਰਿਟੀਸਾਈਜ਼ ਕਰਨਾ ਬਹੁਤ ਜ਼ਰੂਰੀ ਆ। ਸੋ ਈਵਨ ਕਿ ANI ਨੂੰ ਜੇ ਤੁਸੀਂ ਆਪਣੇ ਤੌਰ 'ਤੇ ਈਮੇਲ ਵੀ ਲਿਖ ਸਕਦੇ ਆ ਤੇ ਮੈਨੂੰ ਲੱਗਦਾ ਉਹਨਾਂ ਨੂੰ ਲਿਖਣਾ ਚਾਹੀਦਾ। ਤੁਹਾਨੂੰ ਇਹ ਕਹਿਣਾ ਚਾਹੀਦਾ ਗੁਰਪ੍ਰੀਤ ਸਿੰਘ ਜੀ ਕਿ ਅੱਜ ਜਿਹੜਾ ਤੁਸੀਂ ਇਹ ਲਫ਼ਜ਼ ਯੂਜ਼ ਕੀਤਾ, ਇਹਦਾ ਤੁਸੀਂ ਮਾਪਦੰਡ ਕਿਹੜਾ ਰੱਖਿਆ? ਦੇਖੋ, ਇਹ ਮੈਂ ਇੱਕ ਪਹਿਲੋਂ ਕਹਿ ਰਿਹਾ, ਇੱਕ ਆਪਾਂ ਟੀਵੀ ਚੈਨਲ ਤੇ ਬੈਠੇ ਆ, ਆਫਕੌਮ ਦੇ ਰੂਲਸ ਨੇ ਤੇ ਮੈਂ ਉਹਨਾਂ ਰੂਲਾਂ ਦਾ ਬਹੁਤ ਮੈਨੂੰ ਮਾੜਾ ਮੋਟਾ ਪਤਾ ਤੇ ਜਿਹੜੀ ਮੈਂ ਵਰਡਿੰਗ ਯੂਜ਼ ਕੀਤੀ ਆ ਉਹ ਮੈਂ ਬੜੀ ਜ਼ਿੰਮੇਵਾਰੀ ਨਾਲ ਭਾਜੀ ਅੱਗੇ ਤੁਰੀਏ ਹੁਣ, ਉਹ ਵਰਡਿੰਗ ਨੂੰ ਛੱਡ ਦਿਓ। ਨਹੀਂ, ਮੈਂ ਕਿਉਂ ਕਹਿੰਦਾ, ਕਿਉਂਕਿ ਮੈਂ ਨਾ ਜਿਹੜੀ ਗੱਲ ਕਹਿੰਦਾ ਉਹਦੇ ਪਿੱਛੇ ਬਹੁਤ ਵੱਡੀ ਹਿਸਟਰੀ ਆ। ਅੱਜ ਦੇ ਠੀਕ ਆ, ਲੇਕਿਨ ਆਪਾਂ ਇਹਦੇ ਤੇ ਆਈਏ ਨਾ। ਨਹੀਂ, ਅੱਜ ਦੇ ਸ਼ੋਅ ਦੇ ਵਿੱਚ ਇੱਕੋ ਗੱਲ ਆ, ਜਿੰਨੇ ਲੋਕੀ ਸੁਣ ਰਹੇ ਨੇ ਉਹਨਾਂ ਨੇ ਇੱਕ ਮੇਰਾ ਕੀਤਾ ਵਰਡ ਯਾਦ ਰੱਖਣਾ ਕਿ ਕਿਹਨਾਂ ਨੂੰ ਕਿਹਾ, ਤੇ ਜਦੋਂ ਕਿਤੇ ਉਹਨਾਂ ਦੇ ਮਨ 'ਚ ਭੁਲੇਖਾ ਵੀ ਆ ਇਸ ਗੱਲ ਉੱਤੇ, ਉਹਨਾਂ ਨੂੰ ਇਹ ਆਪਣਾ ਸ਼ੋਅ ਯਾਦ ਆਉਣਾ ਕਿ ਵਰਡਿੰਗ ਕਿਹੜੀ ਯੂਜ਼ ਕਰਨੀ। ਕਈ ਭੁਲੇਖੇ 'ਚ ਵੀ ਲੋਕੀ ਯੂਜ਼ ਕਰਦੇ। ਹੁਣ ਅੱਗੇ ਚੱਲੀਏ। ਅੱਗੇ ਗੱਲ ਇਹ ਆ, ਇੰਡੀਅਨ ਮੀਡੀਆ ਆਪਾਂ ਨੂੰ ਟੈਰਰਿਸਟ ਕਹਿੰਦਾ ਜਿਹੜੇ ਬੰਦੇ ਆਪਣੀ ਹੱਕ ਤੇ ਸੱਚ ਦੀ ਗੱਲ ਕਰਦੇ। ਉਹ ਕਿਸਾਨੀ ਸੰਘਰਸ਼ ਦੇ ਵਿੱਚ ਵੀ ਦੇਖ ਲਓ, ਉਹ ਦੀਪ ਸਿੱਧੂ ਦੇ ਕੇਸ 'ਚ ਵੀ ਦੇਖ ਲਓ। ਜਿਹੜੇ ਬੰਦੇ ਪਹਿਲਾਂ ਤੁਹਾਨੂੰ ਤੁਹਾਡੀ ਰੈਪੂਟੇਸ਼ਨ ਟਾਰਨਿਸ਼ ਕਰਦੇ ਆ, ਉਦੋਂ ਬਾਅਦ ਉਹਨਾਂ ਤੋਂ ਹਰ ਇੱਕ ਹੀਲਾ ਆ ਜ਼ਬਾਨ ਬੰਦ ਕਰਨ ਦਾ। ਇਸ ਵੇਲੇ ਦੀਪ ਸਿੱਧੂ ਦੀ ਜਿਹੜੀ ਆਵਾਜ਼ ਆ ਉਹ ਪੂਰੀ ਦੁਨੀਆ ਦੇ ਵਿੱਚ ਗੂੰਜਦੀ ਆ। ਉਹ ਕਿਹੜੇ ਲੋਕ ਨੇ ਜਿਹੜੀ ਉਹਦੀ ਆਵਾਜ਼ ਨੂੰ ਬੁਲੰਦ ਕਰਨ ਡਏ ਨੇ, ਜਿਹੜੇ ਬੇਫਾਕ ਹੋ ਕੇ ਮੀਡੀਆ ਦੇ ਉੱਤੇ
ਬੋਲਦੇ ਨੇ। ਨਹੀਂ ਤਾਂ ਦੀਪ ਸਿੱਧੂ ਤੁਹਾਡਾ ਉਹਨਾਂ ਨੇ ਗੱਦਾਰ ਬਣਾਤਾ ਸੀ, ਬਣ ਗਿਆ ਸੀ ਨਾ। ਕੋਲਰ ਨੇ ਜੀ ਗੁਰਪ੍ਰੀਤ ਸਿੰਘ, ਆਪਾਂ ਕੋਲ ਵੀ ਲੈ ਲੈਂਦੇ ਨਾਲੋਂ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ ਭਾਜੀ। ਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਭਾਜੀ, ਆਪਾਂ ਚਲੋ ਵਿਰੋਧ ਨਾਲ ਬਹੁਤ ਆਪਾਂ ਦੇਖਦੇ ਤੁਹਾਨੂੰ ਕਾਲ ਕਰਦੇ ਰਹੀਦਾ ਜੀ। ਤੇ ਮਨ 'ਚ ਸਵਾਲ ਇੱਕ ਆ ਤੇ ਆਪਣੇ ਕਹਿੰਦੇ ਵੀ ਪੰਜਾਬ ਦੇ ਵਿੱਚ ਵੀ ਚਾਹੀਦੀ, ਵੀ ਕਹਿੰਦੇ ਪੰਜਾਬੀ ਲਿਖੀ ਹੋਣੀ ਚਾਹੀਦੀ ਆ ਜੀ। ਹਾਂਜੀ, ਤੇ ਚਲੋ ਅਸੀਂ ਨੇ ਪੜ੍ਹੇ ਲਿਖੇ ਹੈ ਨਹੀਂ ਗੇ। ਹੁਣ ਤੁਹਾਡਾ ਚੈਨਲ ਚੱਲ ਰਿਹਾ, ਚਲੋ ਬਾਹਰਲੀ ਕੰਟਰੀ ਤੋਂ ਚੱਲ ਰਿਹਾ, ਤੁਸੀਂ ਸਾਰੇ ਕਦੀ ਇੰਗਲਿਸ਼ ਲੈ ਕੇ ਆਉਣੇ ਆ। ਜੇ ਤੁਸੀਂ ਵੀ ਪੰਜਾਬੀ ਵਿੱਚ ਕਰਦੇ ਹੋ, ਸਾਨੂੰ ਥੋੜਾ ਬਹੁਤਾ ਪਤਾ ਲੱਗ ਜਾਵੇ ਵੀ ਪੰਜਾਬੀ ਵਿੱਚ ਪੂਰਾ ਕੀ ਲਿਖਿਆ ਆ ਰਿਹਾ ਵਾ। ਇੰਨੇ ਥੋੜੀ ਇੰਗਲਿਸ਼ ਸਾਨੂੰ ਤੈਨੂੰ ਆਉਂਦੀ ਨੀ। ਤਾਂ ਹੀ ਜੀ ਅਸੀਂ ਤੁਹਾਨੂੰ ਪੰਜਾਬੀ ਵਿੱਚ ਉਹਦਾ ਤਰਜਮਾ ਕਰਕੇ ਦੱਸ ਦਿੱਤਾ ਜੀ। ANI ਦਾ ਜਿਹੜਾ ਤੁਹਾਨੂੰ ਅਸੀਂ ਤਰਜਮਾ ਕਰਕੇ ਦੱਸ ਦਿੱਤਾ ਕਿ ANI ਜਿਹੜਾ ਨਿਊਜ਼ ਆਊਟਲੈਟ ਹੈ ਜੀ, ਉਹਨਾਂ ਨੇ ਇੱਕ ਖਬਰ ਦਿੱਤੀ, ਜਿਹੜੀ ਫਿਲਮ ਕਸ਼ਮੀਰ ਫਾਈਲ ਰਿਲੀਜ਼ ਹੋਈ, ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਨੇ ਜੈਨੋਸਾਈਡ ਦੱਸਿਆ, ਜਿਹੜਾ ਕਸ਼ਮੀਰ ਦੇ ਵਿੱਚ ਪੰਡਤ ਮਾਰੇ ਗਏ ਆ। ਔਰ ਜਦੋਂ ਸਿੱਖਾਂ ਦੀ ਗੱਲ ਕਰਦੇ ਆ, ਜਿਹੜੇ ਸਿੱਖ ਦਿੱਲੀ ਵਿੱਚ 1984 ਵਿੱਚ ਮਾਰੇ ਗਏ ਆ, ਜਿਹਨੂੰ ਤੁਸੀਂ ਜੈਨੋਸਾਈਡ ਸੱਦਦੇ ਆ, ਉਹਨੂੰ ਉਹ ਜਿਹੜੇ ਆ ਦੰਗੇ ਸੱਦਦੇ ਆ। ਸੋ ਇੱਕ ਇਹ ਨਿਊਜ਼ ਏਜੰਸੀ ਆ ਜੀ, ਜਦੋਂ ਤਾਂ ਕਸ਼ਮੀਰੀ ਪੰਡਤਾਂ ਦਾ ਉੱਥੇ ਕਤਲੇਆਮ ਹੁੰਦਾ, ਉਹਨੂੰ ਉਹ ਜੈਨੋਸਾਈਡ ਸੱਦਦੇ ਆ ਕਿ ਉਹਨਾਂ ਦਾ ਜੈਨੋਸਾਈਡ ਹੋਇਆ, ਲੇਕਿਨ ਜਦੋਂ ਸਿੱਖਾਂ ਦੀ ਗੱਲ ਕਰਦੇ ਦਿੱਲੀ ਵਿੱਚ, ਉਹਨਾਂ ਨੂੰ ਉਹ ਦੰਗੇ ਸੱਦਦੇ ਆ। ਖਬਰ ਇਹ ਹੈ। ਚਲੋ ਇਹ ਤੇ ਫਿਰ ਗਲਤੀ ਹੈ, ਜਦੋਂ ਸਹੀ ਨਹੀਂ ਹੈਗਾ। ਸੋ ਹੁਣ ਤੁਹਾਨੂੰ ਜਾਂ ਲੋਕਾਂ ਨੂੰ, ਪਬਲਿਕ ਨੂੰ ਤਾਂ ਉਹੀ ਪਤਾ ਲੱਗਣਾ ਨਾ ਜੋ ਮੀਡੀਆ ਨੇ ਦਿਖਾਉਣਾ। ਸੋ ਮੀਡੀਆ ਜਿਹੜਾ ਇੱਕ ਪੱਖੀ ਹੈ, ਗੱਲ ਇਹ ਹੈ। ਹਾਂਜੀ ਹਾਂਜੀ, ਹਾਂ ਠੀਕ ਆ। ਮੀਡੀਆ ਦਾ ਸਭ ਕੁਝ ਪਤਾ ਲੱਗਦਾ। ਹੁਣ ਵੀ ਇੱਥੇ ਤੁਹਾਡਾ ਪ੍ਰੋਗਰਾਮ ਦੇਖੀਦਾ ਜਾਂ ਜਿਹੜਾ ਵੀ ਚੈਨਲ ਦੇਖੇਦਾ, ਮੀਡੀਆ ਦੇ ਪਤਾ ਲੱਗੂਗਾ ਵੀ ਸਾਨੂੰ ਵੀ ਕੀ ਹੋ ਰਿਹਾ ਜੀ। ਤੇ ਥੱਲੇ ਇੱਕ ਤੇ ਇੱਕ ਹੋਰ ਚੀਜ਼ ਲੱਗੀ, ਸਪਾਂਸਰਡ ਬਾਏ ਰਜਿੰਦਰ ਕੌਰ ਫੋਰਮ ਸ਼ਹੀਦ ਭਗਤ ਸਿੰਘ ਐਂਡ ਸ਼ਹੀਦ ਭਾਈ ਦੀਪ ਸਿੰਘ ਜੀ। ਇਹਦਾ ਨਹੀਂ ਮੈਨੂੰ ਪੂਰਾ ਪਤਾ ਲੱਗਾ ਮਤਲਬ ਕੀ ਉਹ ਜੀ ਮੈਂ ਸਕਰੀਨ ਹੈ ਜੀ, ਮੈਨੂੰ ਵੀ ਨਹੀਂ ਪਤਾ। ਸੋ ਟੈਕ ਟੀਮ ਨੇ ਲਾਇਆ ਜੀ। ਤੁਸੀਂ ਧੰਨਵਾਦ ਤੁਹਾਡਾ ਕੋਲ ਕਰਨੇ ਜੀ, ਬਹੁਤ ਮਿਹਰਬਾਨੀ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਣੇ ਨਾਲ ਕੋਲਰ ਗੁਰਪ੍ਰੀਤ ਸਿੰਘ ਜੀ ਇੱਕ ਹੋਰ ਨੇ ਜੀ। ਉਸ ਤੋਂ ਬਾਅਦ ਜਿਹੜਾ ਸਮਾਂ ਜਿਹੜਾ ਆਪਣਾ ਤਕਰੀਬਨ ਹੋ ਗਿਆ ਜੀ। ਸੋ ਦੇਖਦੇ ਹਾਂ ਵੀਰ ਕੀ ਕਹਿਣਾ ਚਾਹੁੰਦੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਮੈਂ ਨਾ ਇੱਕ ਦੋ ਗੱਲਾਂ ਕਰਦਾ। ਪਹਿਲਾਂ ਤਾਂ ਸਮਾਂ ਸਾਡੇ ਤੋਂ ਛੋਟ ਹੈ ਜੀ, ਛੋਟ ਵਿੱਚ ਰੱਖਿਓ ਵੀਰ। ਹਾਂਜੀ ਭਾਜੀ, ਇੱਕ ਤੁਸੀਂ ਗੱਲ ਬੋਲੀ ਸੀਗੀ ਕਿ ਮਤਲਬ ਕਿ ਇੰਗਲੈਂਡ ਨੇ ਵੀ 1984 ਦੇ ਵਿੱਚ ਇੰਡੀਆ ਦਾ ਸਾਥ ਦਿੱਤਾ ਸੀ। ਭਾਜੀ ਇਹ ਧਾਰੀਵਾਲ ਭਾਜੀ ਦੀ ਇੱਕ ਸਟੇਟਮੈਂਟ ਦਿੱਤੀ ਹੈ, ਕਹਿੰਦਾ ਹਾਥੀਆਂ ਵਾਲਿਆਂ ਦੀ ਜਾਰੀ ਹਾਥੀਆਂ ਵਾਲਿਆਂ ਨਾਲ ਹੁੰਦੀ ਹੈ ਤੇ ਕੁੱਤਿਆਂ ਵਾਲਿਆਂ ਦੀ ਕੁੱਤਿਆਂ ਵਾਲਿਆਂ ਨਾਲ। ਤੇ ਜਿਹੜੀ ਦੇਸ਼ ਆ ਇੱਕ ਦੂਜੇ ਨੂੰ ਉਹ ਟ੍ਰੇਨਿੰਗਾਂ ਦਿੰਦੇ ਆ ਜੀ, ਤੇ ਇਸ ਕਰਕੇ ਇਹ ਜ਼ਰੂਰੀ ਆ। ਉਹ ਕਹਿੰਦੇ ਹੁੰਦੇ ਆ ਕਿ ਤੁਸੀਂ ਵੀ ਆਪਣਾ ਦੇਸ਼ ਬਣਾ ਲਓ। ਠੀਕ ਆ। ਬਾਕੀ ਭਾਜੀ ਤੁਸੀਂ ਇੰਨੀ ਗੱਲ ਨੂੰ ਲਟਕਾਓ ਨਾ, ਕਿਉਂਕਿ ਬਹੁਤ ਚੀਜ਼ਾਂ ਜਦੋਂ ਏਦਾਂ ਲਟਕ ਜਾਂਦੀਆਂ ਨਾ, ਉਹ ਚੀਜ਼ਾਂ ਬੋਰਿੰਗ ਹੋ ਜਾਂਦੀਆਂ। ਤੁਸੀਂ ਅੱਗੇ ਚੀਜ਼ਾਂ ਨੂੰ ਕਵਰ ਕਰੋ, ਚੀਜ਼ਾਂ ਤੇ ਨਾਲ ਲਟਕੋ। ਧੰਨਵਾਦ ਜੀ। ਹੁਣ ਕਵਰ ਕਰਨ ਨੂੰ ਨਹੀਂ, ਟਾਈਮ ਦੀ ਸਮਾਪਤੀ ਹੈ ਜੀ। ਤੁਹਾਡੀ ਕੋਲ ਲਾਸਟ ਕੋਲ ਹੈ ਵੀਰ, ਬਹੁਤ ਧੰਨਵਾਦ ਤੁਹਾਡਾ ਕੋਲ ਕਰਨ ਲਈ। ਇਹ ਪੁੱਛ ਥੋੜੀ ਜ਼ਿਆਦਾ ਲੰਬੀ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਲੋ ਜੀ, ਮਾਫੀ ਚਾਹੁੰਦੇ ਹੁਣ ਕੋਲਰਾਂ ਤੋਂ ਆਪਾਂ ਕੋਲਸ ਜਿਹੜੀਆਂ ਇਹ ਤੋਂ ਬਾਅਦ ਨਹੀਂ ਲੈ ਸਕਾਂਗੇ। ਗੁਰਪ੍ਰੀਤ ਸਿੰਘ ਜੀ ਤੁਹਾਡੇ ਕੋਲ ਤਕਰੀਬਨ 2.5 ਮਿੰਟ ਨੇ ਜੀ। ਦੇਖੋ ਜੀ, ਉਹ ਥੋੜੀ ਪੁੱਛ ਲੰਬੀ ਹੋ ਗਈ ਸੀ, ਉਹ ਆਪਾਂ ਸ਼ੋਰਟ ਕਰ ਦਿੰਦੇ ਆ। ਤੇ ਹੁਣ ਗੱਲ ਹੈਗੀ ਤਾਂ ਅੱਜ ਦੇ ਜਿਹੜਾ ਡਿਬੇਟ ਆ, ਦੇਖੋ ਆਪਾਂ ਇੱਥੇ ਬੈਠਦੇ ਆ ਨਾ ਕੋਈ ਟੌਰਨ ਮਾਰਨ ਨੂੰ, ਨਾ ਕਿਸੇ ਨੂੰ ਡੀਫੇਮ ਕਰਨ ਨੂੰ। ਆਪਾਂ ਇੱਥੇ ਆਪਣਾ ਸਮਾਂ ਕੱਢ ਕੇ ਆਪਣੀ ਕੌਮ ਦੀ ਗੱਲ ਤੇ ਜਿਹੜੇ ਆਪਣੇ ਕੌਮ ਦੇ ਵਿੱਚ ਭੁਲੇਖੇ ਨੇ ਜਾਂ ਦੁਸ਼ਮਣ ਸਾਡੀ ਕੌਮ ਬਾਰੇ ਜਾਂ ਜਿਹੜੀਆਂ ਨਿਊਜ਼ਾਂ ਆਉਂਦੀਆਂ ਉਹ ਕੀ ਪ੍ਰਤੀਕਰਮ ਦਿੰਦੇ ਨੇ ਜੀ, ਤੇ ਅਸੀਂ ਆਪਣੀ ਕੌਮ ਨੂੰ ਐਜੂਕੇਟ ਕਰਨਾ ਉਹਨਾਂ ਗੱਲਾਂ ਬਾਤਾਂ ਦੇ ਥਰੂ, ਹਨਾ। ਤਾਂ ਆਪਣੀ ਕੌਮ ਦੇ ਵਿੱਚ ਕਲੈਰਿਟੀ ਹੋਵੇ ਤੇ ਆਪਣੀ ਕੌਮ ਨੂੰ ਇਹ ਵੀ ਪਤਾ ਹੋਵੇ ਕਿ ਗੱਦਾਰ ਕੌਣ ਨੇ ਤੇ ਤੁਹਾਡੇ ਵਫਾਦਾਰ ਕੌਣ ਨੇ। ਸਾਰੀ ਸੰਗਤ ਘਰ ਬੈਠੀ ਇਹ ਜਾਣਦੀ ਆ। ਪਰ ਇੱਕ ਗੱਲ ਆ, ਜਿਹੜੀ ਫਰੀडम ਆਫ ਸਪੀਚ ਹੁੰਦੀ ਆ, ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ। ਜਦੋਂ ਤੁਸੀਂ ਕਿਸੇ ਨੂੰ ਸੰਬੋਧਨ ਹੁੰਦੇ ਆ, ਤੁਸੀਂ ਇੰਡੀਵਿਜੂਅਲੀ ਕਿਸੇ ਨੂੰ ਟਾਰਗੇਟ ਨਹੀਂ ਕਰ ਸਕਦੇ, ਨਾ ਉਹਨੂੰ ਡੀਫੇਮ ਕਰ ਸਕਦੇ, ਪਰ ਤੁਸੀਂ ਡਿਫਰੈਂਸ਼ੀਏਟ ਕਰਨ ਲਈ, ਕਰੈਕਟਰਾਈਜ਼ ਕਰਨ ਲਈ ਤੁਸੀਂ ਜਿਹੜੀ ਮਰਜ਼ੀ ਕਰੜੀ ਤੋਂ ਕਰੜੀ ਐਗਜ਼ਾਮਪਲ ਦੇ ਸਕਦੇ ਆ। ਫਰੀडम ਆਫ ਸਪੀਚ ਤੁਹਾਨੂੰ ਕੋਈ ਨਹੀਂ ਰੋਕਦਾ, ਪਰ ਇੱਕ ਬੰਦੇ ਨੂੰ ਟਾਰਗੇਟ ਨਾ ਕਰਦੀ ਹੋਵੇ, ਠੀਕ ਹੈ ਨਾ। ਪਰ ਜਿਹੜੇ ਵਿਰੋਧੀ ਧਿਰ ਦੇ ਨੇ, ਉਹਨਾਂ ਨੂੰ ਤੁਸੀਂ ਕਿੰਨੀ ਐਕਸਟ੍ਰੀਮ ਤੱਕ ਭੰਡਣਾ ਦਲੀਲ ਦੇ ਨਾਲ, ਇਹ ਮੀਡੀਆ ਦਾ ਕੰਮ ਆ। ਤੇ ਉਹਦੇ ਵਿੱਚ ਤੁਹਾਡਾ ਬੇਖਾਬ, ਜਿੱਦਾਂ ਹੁਣ ਅਸੀਂ ਆਪਣੇ ਸੂਰਵੀਰਾਂ ਦੀ ਵਡਿਆਈ ਵੀ ਉਸ ਲੈਵਲ ਦੀ ਕਰਨੀ ਆ ਜੀ, ਸਿਰੇ ਦੀ, ਠੀਕ ਹੈ ਨਾ। ਧੰਨਵਾਦ ਗੁਰਪ੍ਰੀਤ ਸਿੰਘ ਜੀ। ਮੈਂ ਹੁਣ ਇਹ ਗੱਲ ਕਹਿੰਦਾ ਕਿ ਜਿੱਥੇ ਜਿਹੜੇ ਸਾਡੇ ਕੌਮ ਦੇ ਗੱਦਾਰ ਆ, ਉਹਨਾਂ ਨੂੰ ਅਸੀਂ ਕਿੰਨੀ ਨਿਗਾਰ ਤੱਕ ਲੈ ਕੇ ਜਾਣਾ
ਤੇ ਜਿਹੜੇ ਸਾਡੀ ਕੌਮ ਦੀ ਪਿੱਠ ਤੇ ਖੜੇ ਉਹਨਾਂ ਨੂੰ ਅਸੀਂ ਅਸਮਾਨ ਤੱਕ ਕਿੱਦਾਂ ਲੈ ਕੇ ਜਾਣਾ, ਇਹ ਸਾਡੀ ਜ਼ਿੰਮੇਵਾਰੀ ਹੈ ਜੀ। ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਰੱਖੇ, ਬਹੁਤ ਧੰਨਵਾਦ ਤੁਹਾਡਾ। ਸੋ ਆਉਂਦੇ ਰਿਹਾ ਕਰੋ, ਸੋ ਅੱਗੇ ਤੋਂ ਵੀ ਅਸੀਂ ਤੁਹਾਡੇ ਨਾਲ ਜਿਹੜਾ ਪ੍ਰੋਗਰਾਮ ਕਰਦੇ ਰਿਹਾ ਕਰਾਂਗੇ। ਮੈਂ ਕਈ ਗੱਲਾਂ 'ਚ ਮੈਂ ਕਰਨ ਆਇਆ ਹਨਾ, ਇਸ ਕਰਕੇ ਮੈਂ ਅਵੋਇਡ ਕਰਦਾ ਕਿ ਮੈਂ ਨਾ। ਕੋਈ ਗੱਲ ਨਹੀਂ ਜੀ, ਅਸੀਂ ਤੁਹਾਡੇ ਵੀ ਸੈਂਟੀਮੈਂਟ ਜਿਹੜੇ ਆ ਸਮਝਦੇ ਆ, ਸੋ ਇਹ ਗੱਲ ਨਹੀਂ ਹੈ। ਸੋ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਬਣਨ ਦੇ ਲਈ ਜੀ। ਸੋ ਅੱਜ ਦੇ ਪ੍ਰੋਗਰਾਮ ਜਿਹੜਾ ਆ ਸੋ ਤੁਸੀਂ ਸੁਣਿਆ ਔਰ ਦੇਖਿਆ। ਮੈਂ ਦੱਸਦਾ ਜਾਵਾਂ ਇੱਕ ਵਾਰ ਫੇਰ, ਬੀਬੀ ਰਜਿੰਦਰ ਕੌਰ ਜੀ ਜਿਹੜੇ ਨੇ ਉਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਵੀਰ ਦੀਪ ਸਿੰਘ ਸਿੱਧੂ ਔਰ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦੀ ਯਾਦ ਦੇ ਵਿੱਚ ਜਿਹੜਾ ਸਪਾਂਸਰ ਕੀਤਾ, ਉਹਨਾਂ ਦਾ ਬਹੁਤ ਧੰਨਵਾਦ। ਤੇ ਨਾਲੋਂ ਹੀ ਨਾਲ ਜਿਹੜੇ ਤੁਸੀਂ ਆਪਣੇ ਡਾਇਰੈਕਟ ਡੈਬਿਟ ਜਿਹੜੇ ਆ ਇਸ ਅਦਾਰੇ ਨਾਲ ਜ਼ਰੂਰ ਸੈੱਟ ਕਰਨੇ ਆ, ਖਿਆਲ ਰੱਖਣਾ ਔਰ ਜਿੱਥੇ ਵੀ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਸਕਦੇ ਆ, ਪ੍ਰੋਗਰਾਮ ਨੂੰ ਜਿਹੜਾ ਆ ਸ਼ੇਅਰ ਜ਼ਰੂਰ ਕਰਨਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਵਿਚਾਰ ਨੇ ਉਹ ਮੇਰੇ ਆਪਣੇ ਨੇ, ਜਿਹੜੇ ਗੈਸਟ ਸਾਡੇ ਆਉਂਦੇ ਨੇ, ਸਾਡੇ ਨਾਲ ਜੁੜਦੇ ਨੇ, ਉਹਨਾਂ ਦੇ ਵਿਚਾਰ ਆਪਣੇ ਹੁੰਦੇ ਨੇ। ਸੋ ਜਿਹੜੇ ਕੋਲਰ ਨੇ ਆਪੋ ਆਪਣੀ ਓਪੀਨੀਅਨ ਦਿੰਦੇ ਨੇ, ਆਪੋ ਆਪਣੀਆਂ ਕੋਲਸ ਕਰਦੇ ਨੇ, ਉਹਨਾਂ ਦੇ ਵਿਚਾਰ ਵੀ ਉਹਨਾਂ ਦੇ ਆਪਣੇ ਨੇ। ਅਦਾਰਾ ਪੋਲੀਟਿਕਸ ਪੰਜਾਬ ਜਿਹੜਾ ਕਿਸੇ ਦੇ ਵਿਚਾਰਾਂ ਦੀ ਪ੍ਰੋੜਤਾ ਨਹੀਂ ਕਰਦਾ ਔਰ ਨਾ ਹੀ ਕੋਈ ਆਪਣੀ ਓਪੀਨੀਅਨ ਰੱਖਦਾ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਵਿਚਾਰ ਰੱਖੇ ਨੇ ਉਹ ਸਾਰੇ ਇੰਡੀਵਿਜੂਅਲ ਵਿਚਾਰ ਨੇ। ਸੋ ਹੁਣ ਲਈ ਸਾਨੂੰ ਦਿਓ ਇਜਾਜ਼ਤ, ਇੱਕ ਵਾਰ ਫੇਰ ਕੋਈ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ